ਪੂਰੇ ਦਿਨ ਦੇ ਵਿੱਚ ਡਾਈਟ ਹੈ ਜਿਹੜੀ ਉਹ ਕਿਵੇਂ ਲੈਣੀ ਹੈ? ਇਹਦੇ ਵਿੱਚ ਇੱਕ ਪਿੰਡ ਹੈਗਾ ਜਿਹਦੇ ਸਭ ਤੋਂ ਟੌਪ ਦੀ ਕਰਕੂਰਾਮਿਨ ਮਿਲਦੀ ਹੈ ਤੇ ਉੱਥੇ ਕਿਸੇ ਨੂੰ ਵੀ ਕੈਂਸਰ ਨਹੀਂ ਹੁੰਦਾ। ਅੱਛਾ, ਹਲਦੀ ਕਰਕੇ। ਹਾਂ, ਉਹਨਾਂ ਨੂੰ ਨਹੀਂ ਹੈਗਾ ਕਰੋਨਾ, ਪਰ ਉਹਨਾਂ ਨੇ ਬਚਣਾ ਇਸ ਚੀਜ਼ ਤੋਂ। ਉਹਨਾਂ ਦੀ ਪੂਰੇ ਦਿਨ ਦੀ ਡਾਈਟ ਕੀ ਹੋਣੀ ਚਾਹੀਦੀ? ਲੇਕਿਨ ਬੋਡੀ ਬਿਲਡਿੰਗ ਰਾਤ ਨੂੰ ਹੁੰਦੀ ਹੈ, ਜਿਮ 'ਚ ਨਹੀਂ ਹੁੰਦੀ। ਅੱਛਾ, ਬੜੀ ਚਰਚਾ ਹੁੰਦੀ ਰਹਿੰਦੀ ਹੈ ਕਿ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਅੱਜ ਕੱਲ੍ਹ ਇਹ ਰਿਵਾਜ ਚੱਲ ਪਿਆ ਕਿ ਆਕਸੀਜਨ ਅਗਰ 95 ਤੱਕ ਤੋਂ ਥੱਲੇ ਜਾਂਦੀ ਹੈ, ਠੀਕ ਹੈ, ਫਿਰ ਥੋੜੇ ਜਿਹੇ ਕੰਨ ਖੜੇ ਕਰ ਲਓ। ਗੜਬੜ ਹੋ ਰਹੀ ਹੈ ਕੁਛ, ਹੈ ਨਾ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ ਸਾਡਾ ਨਵਾਂ ਪ੍ਰੋਗਰਾਮ ਖਾਲਸ ਡਾਈਟ ਡਾਕਟਰ ਸੰਤੋਖ ਸਿੰਘ ਦੇ ਨਾਲ। ਸੋ ਇਸ ਤੋਂ ਪਹਿਲਾਂ ਖਾਲਸ ਖਾਣਾ ਪ੍ਰੋਗਰਾਮ ਚੱਲਦਾ ਜਿਸ ਨੂੰ ਤੁਸੀਂ ਬੜਾ ਹੁੰਗਾਰਾ ਦਿੰਦੇ ਹੋ ਤੇ ਬਹੁਤ ਹੀ ਜ਼ਿਆਦਾ ਲੋੜ ਸੀ। ਸਾਡੇ ਦਰਸ਼ਕ ਸਾਨੂੰ ਪੁੱਛਦੇ ਨੇ ਜਾਂ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਸ ਗੱਲ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਖਾਣਾ ਕੀ ਹੈ ਤੇ ਖਾਣਾ ਕਿਵੇਂ ਹੈ ਚੰਗੀ ਸਿਹਤ ਦੇ ਲਈ। ਕਿਉਂਕਿ ਜੇ ਚੰਗਾ ਮਨ ਸਾਨੂੰ ਚਾਹੀਦਾ ਤਾਂ ਉਹਦੇ ਲਈ ਚੰਗਾ ਤਨ ਹੋਣਾ ਜ਼ਰੂਰੀ ਹੈ। ਤੰਦਰੁਸਤ ਸਰੀਰ ਹੈ, ਉਹਦੇ ਵਿੱਚ ਹੀ ਤੰਦਰੁਸਤ ਮਨ ਦਾ ਵਾਸਾ ਜਿਹੜਾ ਉਹ ਹੋ ਸਕਦਾ ਹੈ। ਤੋ ਅੱਜ ਅਸੀਂ ਖਾਲਸ ਡਾਈਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਤੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਮੌਜੂਦਾ ਹਾਲਾਤ ਸਾਡੇ ਚੱਲ ਰਹੇ ਨੇ ਕਰੋਨਾ ਵਾਇਰਸ ਦੇ ਦੌਰ ਦੇ ਵਿੱਚ ਬਹੁਤ ਸਾਰੀ ਦੁਬਿਧਾ ਹੁੰਦੀ ਹੈ, ਬਹੁਤ ਕਨਫਿਊਜ਼ਨ ਹੁੰਦੀ ਹੈ ਆਪਾਂ ਸਾਰਿਆਂ ਨੂੰ ਕਿ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ, ਜਿਹਦੇ ਕਰਕੇ ਅਸੀਂ ਇਹ ਨਵੀਂ ਮਹਾਮਾਰੀ ਤੋਂ ਬਚ ਸਕੀਏ। ਸੋ ਡਾਕਟਰ ਸੰਤੋਖ ਸਿੰਘ ਸਾਡੇ ਨਾਲ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਸਾਡੇ ਖਾਸ ਪ੍ਰੋਗਰਾਮ ਖਾਲਸ ਡਾਈਟ ਦੇ ਵਿੱਚ ਜੁੜਨ ਦੇ ਲਈ। ਸਤਿ ਸ੍ਰੀ ਅਕਾਲ ਸਾਰੇ ਜਿਹੜੇ ਸ਼ਰੋਤਾ ਹੈਗੇ ਆ ਖਾਲਸ ਡਾਈਟ ਸੁਣਨ ਵਾਲੇ ਨੇ, ਸਭ ਨੂੰ ਮੇਰੀ ਸਤਿ ਸ੍ਰੀ ਅਕਾਲ। ਤੇ ਅੱਜ ਆਪਾਂ ਕੁਝ ਗੱਲ ਕਰਾਂਗੇ ਕਰੋਨਾ ਦੇ ਬਾਰੇ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਕਿਸ ਤਰ੍ਹਾਂ ਅਸੀਂ ਡਾਈਟ ਤੇ ਕਿਸ ਤਰ੍ਹਾਂ ਰਹਿਣ ਸਹਿਣ ਦੇ ਵਿੱਚ ਫਰਕ ਪਾਉਣਾ ਹੈ। ਕਿਉਂਕਿ ਬੇਸਿਕਲੀ ਹੈ ਕੀ ਹੈ ਕਰੋਨਾ, ਦੇਖੋ ਕਰੋਨਾ ਸਾਡੀ ਨਾ ਜ਼ਿੰਦਗੀ ਦੇ ਵਿੱਚ ਇੱਕ ਸਾਥੀ ਬਣ ਗਿਆ ਹੁਣ। ਬਿਲਕੁਲ, ਕਿਉਂਕਿ ਇਹ 2 ਸਾਲ ਹੋ ਗਏ, 1.5 ਸਾਲ ਹੋ ਗਏ ਨੇ ਇਹਨੂੰ, ਤੇ ਇਹ ਸਾਡੇ ਨਾਲ ਹੀ ਹੈਗਾ। ਤੇ ਆਪਾਂ ਪਹਿਲੇ ਵੀ ਕਹਿੰਦੇ ਹੁੰਦੇ ਸੀਗੇ ਕਿ ਆਪਣੀ ਸਿਹਤ ਬਣਾਓ। ਕਿਉਂਕਿ ਅਸੀਂ ਸਾਰੇ ਆਪਣੀ ਜਿਹੜੀ ਜਾਨ ਹੈਗੀ ਹੈ ਸਿਹਤ ਖਾਣ ਪੀਣ ਤੇ ਰੱਖਣੀ ਹੈ। ਢਿੱਡ ਨੂੰ ਆਪਾਂ ਡਸਟਬਿਨ ਨਹੀਂ ਸਮਝਣਾ। ਬਿਲਕੁਲ ਡਾਕਟਰ ਸਾਹਿਬ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਜ਼ਰੂਰ ਕਰਵਾ ਦੇਵਾਂ। ਡਾਕਟਰ ਸੰਤੋਖ ਸਿੰਘ ਆਯੁਰਵੈਦਿਕ ਮਾਹਿਰ ਹੈਗੇ ਨੇ, BMS ਨੇ ਤੇ ਕਰੀਬ 30 ਸਾਲ ਦਾ ਇਹਨਾਂ ਨੂੰ ਤਜਰਬਾ ਹੈਗਾ। ਤੇ ਸਭ ਤੋਂ ਜਿਹੜੀ ਅਹਿਮ ਗੱਲ ਜਦੋਂ ਆਪਾਂ ਡਾਈਟ ਤੇ ਗੱਲ ਕਰਨੀ ਹੈ ਤਾਂ ਸੀਨੀਅਰ ਡਾਈਟੀਸ਼ੀਅਨ ਹੈਗੇ ਨੇ। ਗਿਨੀਜ਼ ਦੇ ਵਿੱਚ ਚਾਈਨਾ ਦੇ ਵਿੱਚ ਡਾਕਟਰ ਸਾਹਿਬ ਦੀ ਟੀਮ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਡਾਈਟ ਐਡਵਾਈਜ਼ਰ ਦੇ ਵਜੋਂ, ਤੇ ਉੱਥੇ ਟੀਮ ਹੈ ਜਿਹੜੀ ਡਾਕਟਰ ਸਾਹਿਬ ਦੀ ਉਹ ਵਿਨ ਕਰਕੇ ਆਈ ਸੀ, ਜਿੱਤ ਕੇ ਆਈ ਸੀ। ਪੂਰੇ ਇੰਡੀਆ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਸੀ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਹੈ ਜਿਹੜਾ ਉਹ ਵੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਅਦਾਕਾਰ ਕਲਾਕਾਰ ਨੇ ਉਹ ਡਾਕਟਰ ਸਾਹਿਬ ਦੀ ਰਾਏ ਲੈਂਦੇ ਨੇ, ਉਹਨਾਂ ਨੂੰ ਕੰਸਲਟ ਕਰਦੇ ਨੇ ਕਿਵੇਂ ਭਾਰ ਘਟਾਉਣਾ ਹੈ, ਕਿਵੇਂ ਵਧਾਉਣਾ ਹੈ, ਬਹੁਤ ਸਾਰੀਆਂ ਚੀਜ਼ਾਂ ਡਾਈਟ ਨੂੰ ਲੈ ਕੇ। ਸੋ ਅੱਜ ਵੀ ਮੈਂ ਦੱਸ ਦੇਵਾਂ ਕਿ ਡਾਕਟਰ ਸਾਹਿਬ ਦਾ ਗਲਾ ਥੋੜਾ ਖਰਾਬ ਹੈਗਾ, ਪਰ ਕਿਉਂਕਿ ਅਸੀਂ ਤੁਹਾਨੂੰ ਵਾਅਦਾ ਕਰ ਚੁੱਕੇ ਸੀ ਕਿ ਇਸ ਸ਼ਨੀਵਾਰ ਪ੍ਰੋਗਰਾਮ ਦੇਣਾ ਹੈਗਾ, ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਜੇ ਗਲਾ ਖਰਾਬ ਹੋਵੇ ਇਹਦਾ ਮਤਲਬ ਕਰੋਨਾ ਹੁੰਦਾ? ਨਹੀਂ, ਇਹ ਜ਼ਰੂਰੀ ਨਹੀਂ ਹੈਗਾ। ਗਲਾ ਖਰਾਬ ਤਾਂ ਪਹਿਲੇ ਹੁੰਦਾ ਹੀ ਸੀਗਾ। ਤੇ ਗਲਾ ਇਸ ਜਿਹੜੇ ਮੌਸਮ ਦੇ ਵਿੱਚ ਨਾਰਮਲ ਜਿਹੜਾ ਵਾਇਰਸ ਹੁੰਦਾ ਸੀ ਨਾ, ਆਪਾਂ ਕਹਿੰਦੇ ਸੀ ਕਿ ਵਾਇਰਲ ਫੀਵਰ ਹੈ। ਜੀ। ਉਹ ਜਿਹੜਾ ਵਾਇਰਲ ਫੀਵਰ ਸੀਗਾ ਨਾ, ਉਹਨੂੰ ਕਹਿੰਦੇ ਸੀ, ਅਗਰ ਮੈਂ ਟੈਕਨੀਕਲੀ ਬੋਲਾਂ ਤੇ ਰੀਨੋ ਵਾਇਰਸ ਕਹਿੰਦੇ ਸੀ ਆਪਾਂ। ਠੀਕ ਹੈ। ਤੇ ਉਹ ਵਾਇਰਸ ਆਮ ਸੀਗਾ ਤੇ ਉਹ ਕੁਝ ਜਾਨ ਜੂਨ ਨੂੰ ਕੋਈ ਨੁਕਸਾਨ ਨਹੀਂ ਦਿੰਦਾ ਸੀਗਾ। ਜਿਹੜਾ ਕਰੋਨਾ ਵਾਇਰਸ ਹੈਗਾ ਨਾ, ਇਹ ਬੇਸਿਕਲੀ ਇਹਦਾ ਦੇਖੋ ਇਹਦੀ ਅਟੈਕ ਇਹਦਾ ਨੱਕ ਤੋਂ ਤੇ ਮੂੰਹ ਤੋਂ ਵੱਢਦਾ ਹੈ। ਠੀਕ ਹੈ। ਹੁਣ ਜਿਹੜਾ ਰੀਨੋ ਵਾਇਰਸ ਜਿਹੜਾ ਆਮ ਵਾਇਰਸ ਹੈਗਾ ਉਹ ਵੀ ਇੱਕ ਨੂੰ ਹੁੰਦਾ ਸੀ, ਦੂਜੇ ਨੂੰ ਹੋ ਜਾਂਦਾ ਸੀਗਾ। ਬਿਲਕੁਲ ਠੀਕ ਹੈ, ਦੂਜੇ ਨੂੰ ਹੋ ਜਾਂਦਾ ਸੀਗਾ। ਤੇ ਕਰੋਨਾ ਵੀ ਇਸ ਤਰ੍ਹਾਂ ਹੀ ਹੈ, ਪਰ ਇਹਦਾ ਜਿਹੜਾ ਅਟੈਕ ਹੈਗਾ ਇਹ ਸਿੱਧਾ ਫੇਫੜੇ ਤੇ ਜਾ ਕੇ ਹੈ। ਸਾਡੀ ਜਿਹੜੀਆਂ ਸਾਹ ਦੀ ਜਿਹੜੀ ਪ੍ਰਣਾਲੀ ਹੈਗੀ ਹੈ ਉਸ ਤੇ ਅਟੈਕ ਹੈਗਾ। ਉਹਦੇ ਵਿੱਚ ਆਪਾਂ ਇੰਗਲਿਸ਼ ਬੋਲੀਏ ਤਾਂ ਗਲਾਸ ਲਾਈਕ ਓਪੇਸਟੀਸ, ਮਤਲਬ ਕੰਚ ਦੀ ਰੂੰ ਵਾਂਗੂ ਸਾਡੇ ਫੇਫੜੇ ਦੇ ਵਿੱਚ ਐਕਸਰੇ ਦੇ ਵਿੱਚ ਫੋਟੋ ਆਉਂਦੀ ਹੈ। ਐਕਸਰੇ ਕਰਾਓ ਤੁਸੀਂ, ਐਕਸਰੇ ਦੇ ਵਿੱਚ ਚੈਸਟ ਤੇ ਉਹਦੇ ਵਿੱਚ ਨਾ ਇਸ ਤਰ੍ਹਾਂ ਕੰਚ ਦੀ ਰੂੰ ਹੁੰਦੀ ਹੈ ਨਾ, ਉਸ ਤਰੀਕੇ ਦੀ ਸਾਨੂੰ ਦਿਖਦੀ ਹੈ।
ਠੀਕ ਹੈ ਤੇ ਗਲਾਸ ਲਾਈਕ ਓਪੇਸਟੀਜ਼ ਕਹਿੰਦੇ ਆ ਤੇ ਅਗਰ ਉਹ ਚੀਜ਼ਾਂ ਆ ਰਹੀਆਂ ਨੇ ਤੇ ਫਿਰ ਉਹ ਕਰੋਨਾ ਹੁੰਦਾ ਹੈ। ਲੇਕਿਨ ਅੱਜ ਕੱਲ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਸਮਝਾ ਰਿਹਾ, ਵੈਸੇ ਤਾਂ ਲੱਛਣ ਵੀ ਬੜੇ ਬਦਲਦੇ ਰਹਿੰਦੇ ਨੇ ਡਾਕਟਰ ਸਾਹਿਬ, ਕਿਉਂਕਿ ਇਹਦਾ ਰੂਪ ਬਦਲਦਾ ਰਹਿੰਦਾ ਕਹਿੰਦੇ। ਬਦਲਣਾ ਹੀ ਹੈ ਇਸ ਤਰ੍ਹਾਂ ਆਪਾਂ ਕੱਪੜੇ ਰੋਜ਼ ਨਵੇਂ ਪਾਉਂਦੇ ਆ ਤੇ ਇਹ ਵੀ ਦੇਖੋ ਹੁਣ 1 ਸਾਲ ਦੇ ਬਾਅਦ ਹੁਣ ਨਵਾਂ ਸਟੇਨ ਆ ਗਿਆ ਇੱਕ ਹੋਰ, ਹੈਨਾ। ਇਹ ਬਹੁਤ ਜਲਦੀ ਇਹ ਫੈਲ ਰਿਹਾ ਜੀ ਜੀ, ਠੀਕ ਹੈ ਤੇ ਇਹਦੀ ਮਾਰੂ क्षमता ਹੈਗੀ ਜਿਹੜੀ ਉਹ ਘੱਟ ਹੈਗੀ ਹੈ, ਲੇਕਿਨ ਇਹ ਬਹੁਤ ਜਲਦੀ ਇਹ ਫੈਲਦਾ ਹੈਗਾ। ਹਾਂ ਫੈਲ ਰਿਹਾ ਮਤਲਬ ਜਣੇ ਖੜੇ ਨੂੰ ਹੋ ਗਿਆ, ਦੇਖੋ ਮਨਮੋਹਨ ਸਿੰਘ ਨੂੰ ਵੀ ਹੋ ਗਿਆ, ਦੇਖੋ ਆਪਾਂ ਦੇਖ ਰਹੇ ਸੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਹੋ ਗਿਆ ਤੇ ਇੰਨੇ ਸ਼ਰੀਫ ਆਦਮੀ ਵਿਚਾਰੇ ਕਿਤੇ ਜਾਂਦੇ ਨਹੀਂ ਬਾਹਰ, ਉਹਨਾਂ ਨੂੰ ਵੀ ਹੋ ਗਿਆ। ਮਤਲਬ ਇਹ ਕਹਿਣ ਦਾ ਮਤਲਬ ਹੈ ਕਿ ਇਹ ਆਪਾਂ ਇਹ ਚੀਜ਼ ਸਾਡੇ ਨਾ ਇਹ ਨਾਲ ਹੀ ਆ ਗਿਆ ਹੈ, ਇਹਦੇ ਨਾਲ ਹੀ ਜ਼ਿੰਦਗੀ ਜਿਉਣੀ। ਹਾਂ ਅਸੀਂ ਨਾਲ ਹੀ ਜ਼ਿੰਦਗੀ ਆਪਾਂ ਨੂੰ ਨਾਲ ਜੀਣਾ ਹੈ ਤੇ ਡਰਨਾ ਨਹੀਂ ਹੈ ਇਸ ਤੋਂ, ਆਪਾਂ ਲੜਨਾ ਹੈ। ਲੜਨਾ ਆਪਾਂ ਕਿਸ ਤਰ੍ਹਾਂ ਡਾਈਟ ਦੇ ਨਾਲ, ਐਕਸਰਸਾਈਜ਼ ਦੇ ਨਾਲ, ਉਹਦੇ ਵਾਸਤੇ ਮੈਂ ਬੈਠਾ ਹਾਂ। ਬਿਲਕੁਲ। ਸੋ ਡਾਕਟਰ ਸਾਹਿਬ ਡਾਈਟ ਤੇ ਆਪਾਂ ਪਹਿਲਾਂ ਗੱਲ ਕਰ ਲਈਏ ਤੇ ਨਾਲ ਹੀ ਜਿਹੜਾ ਹੈਗਾ, ਜਿਵੇਂ ਉਸ ਤੋਂ ਪਹਿਲਾਂ ਇੱਕ ਕੁਐਸਚਨ ਹੋਰ ਹੈ ਮੇਰਾ, ਜਿਵੇਂ ਤੁਸੀਂ ਕਹਿੰਦੇ ਹੋ ਕਿ ਡਾਈਟ ਦੇ ਨਾਲ ਡਰਨਾ ਨਹੀਂ ਹੈ, ਇਹ ਜਿਹੜੀਆਂ ਮੌਤਾਂ ਇੰਨੀਆਂ ਜ਼ਿਆਦਾ ਹੋ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਵੀ ਡਰ ਦੇ ਵਿੱਚ ਜ਼ਿਆਦਾ ਹੋ ਰਹੀਆਂ ਨੇ? ਇਹ ਜਿਹੜੀਆਂ ਮੌਤਾਂ ਹੋ ਰਹੀਆਂ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਹੋਰ ਕੋਈ, ਜਿਸ ਤਰ੍ਹਾਂ ਕਿਸੇ ਦੇ ਸਾਹ ਦੀ ਪ੍ਰੋਬਲਮ ਹੈਗੀ, ਪਹਿਲੇ ਹੀ ਵਿਚਾਰਾ ਉਹਦੇ ਫੇਫੜੇ ਕੰਮ ਨਹੀਂ ਕਰਦੇ, ਹੈਨਾ, ਤੇ ਕਿਡਨੀ ਦੀ ਪ੍ਰੋਬਲਮ ਹੈਗੀ ਹੈ, ਹੋਰ ਕੋਈ ਕੰਪਲਿਕੇਸ਼ਨ ਹੈਗੀ ਹੈ, ਸਰੀਰ ਵੈਸੇ ਹੀ ਕੋਈ ਕਿਸੇ ਹੋਰ ਬਿਮਾਰੀ ਨਾਲ ਗ੍ਰਸਤ ਹੈਗਾ ਤੇ ਉਹਨੂੰ ਅਗਰ ਇਹ ਕਰੋਨਾ ਜਾਏਗਾ ਤੇ ਬੇਸਿਕਲੀ ਡੈਥ ਦਾ ਜਿਹੜਾ ਕਾਰਨ ਹੈਗਾ ਨਾ ਉਹ ਕਰੋਨਾ ਨੂੰ, ਗਵਰਨਮੈਂਟ ਤਾਂ ਉਹਨੂੰ ਕਰੋਨਾ ਬਣਾ ਦਿੰਦੀ ਹੈ, ਲੇਕਿਨ ਬੇਸਿਕਲੀ ਉਹਦੀ ਜਿਹੜੀ ਇਮਿਊਨਿਟੀ ਸੀ ਪਹਿਲੇ ਹੀ ਵੀਕ ਸੀ, ਉਹ ਤਾਂ ਗਿਆ। ਮਤਲਬ ਉਹਦਾ ਸਰੀਰ ਬਿਮਾਰੀ, ਉਸ ਕਰੋਨਾ ਦੀ ਬਿਮਾਰੀ ਨਾਲ ਲੜਨ ਦੇ ਸਮਰੱਥ ਨਹੀਂ ਹੁੰਦਾ ਪਹਿਲਾਂ ਤੋਂ ਹੀ, ਉਹ ਅਟੈਕ ਹੋ ਜਾਂਦਾ ਸਾਰੀਆਂ ਬਿਮਾਰੀਆਂ ਦਾ। ਹਾਂ ਤੇ ਮਤਲਬ ਕਿ ਪਹਿਲੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਆਈ ਸੀ ਸਾਡੇ ਕੋਲ ਕਿ ਜਿਹਦੀ ਸਮਰੱਥਾ ਨਹੀਂ ਹੈਗੀ ਹੈ ਰੋਗ ਦੇ ਨਾਲ ਲੜਨ ਦੀ ਤੇ ਉਹਦਾ ਮਤਲਬ ਕਿ ਪ੍ਰੋਬਲਮ ਆਏਗੀ। ਲੇਕਿਨ ਹੁਣ ਇਹ ਕਰੋਨਾ ਆ ਗਿਆ, ਹੁਣ ਸਾਨੂੰ 100% ਸਾਨੂੰ ਇਹ ਮਤਲਬ ਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਣਾ ਹੀ ਹੈ। ਸਾਡੇ ਕੋਲ ਕੋਈ ਭੱਜਣ ਦਾ ਤਰੀਕਾ ਨਹੀਂ ਹੈਗਾ, ਸਾਨੂੰ ਸਿਹਤ ਦਾ ਧਿਆਨ ਰੱਖਣਾ ਹੀ ਪੈਣਾ ਹੈ। ਸੋ ਡਾਕਟਰ ਸਾਹਿਬ ਡਾਈਟ ਤੋਂ ਆਪਾਂ ਸ਼ੁਰੂ ਕਰ ਲਈ ਸੀ ਕਿ ਡਾਈਟ, ਐਕਸਰਸਾਈਜ਼। ਸੋ ਡਾਈਟ ਦੇ ਵਿੱਚ ਫਲ ਸਬਜ਼ੀਆਂ ਵੀ ਹੁੰਦੀਆਂ ਨੇ, ਆਪਣਾ ਰੋਟੀ ਪਾਣੀ ਵੀ ਹੁੰਦਾ, ਜਿਹੜੀਆਂ ਆਪਾਂ ਪਕਾ ਕੇ ਚੀਜ਼ਾਂ ਖਾਂਦੇ ਆ, ਜਾਂ ਫਿਰ ਹਰਬਸ ਵੀ ਹੁੰਦੀਆਂ ਨੇ, ਜਿਹਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈ, ਤੁਹਾਡਾ ਤਜਰਬਾ ਹੈ ਆਯੁਰਵੈਦਿਕ ਦੇ ਵਿੱਚ ਤੇ ਡਾਈਟ ਦੇ ਵਿੱਚ। ਸੋ ਖਾਣ ਪੀਣ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਖਾਣਾ ਪੀਣਾ ਕੀ ਕੁਝ ਹੈ ਇਹ ਤੋਂ ਬਚਣ ਦੇ ਲਈ। ਦੇਖੋ ਸਭ ਤੋਂ ਪਹਿਲੇ ਤਾਂ ਤੁਸੀਂ ਜਿਹੜੇ ਇਹ ਜੰਕ ਫੂਡ ਅਵੋਇਡ ਕਰੋ, ਬਿਲਕੁਲ ਅਵੋਇਡ ਕਰ ਦਿਓ ਜੀ। ਕਦੇ ਤਾਂ ਕਹਿੰਦੇ ਲੋਕ ਕਦੇ ਤਾਂ ਚਲੋ ਚੀਟ ਡੇ ਹੁੰਦਾ ਹੈ, ਪੰਜਾਬੀ ਬੰਦੇ ਆ, ਖਾਂਦੇ ਆ, ਚੀਟਿੰਗ ਕਰਦੇ ਆ ਆਪਾਂ ਸਾਰੇ, ਤੇ ਆਪਾਂ ਉਹ ਕਰ ਸਕਦੇ ਆ। ਲੇਕਿਨ ਇਹ ਹੈ ਕਿ ਜਿਹੜਾ ਬਾਹਰਲੇ ਖਾਣੇ ਵਿੱਚ ਕੀ ਹੁੰਦਾ, ਜਿਹੜਾ ਈਜ਼ੀ ਟੂ ਕੁਕ ਹੁੰਦਾ ਨਾ, ਜਲਦੀ ਬਣਦਾ ਖਾਣਾ, ਜਿਹੜਾ ਸਿਹਤ ਲਈ ਠੀਕ ਨਹੀਂ ਨਾ। ਪਹਿਲੇ ਜ਼ਮਾਨੇ ਦੇ ਵਿੱਚ ਸਾਡੀਆਂ ਮਾਤਾ ਰਸੋਈ ਦੇ ਵਿੱਚ ਘੰਟਾ ਬਹਿ ਕੇ ਖਾਣਾ ਬਣਾਉਂਦੀਆਂ ਸੀਗੀਆਂ। ਹਾਂਜੀ। ਅੱਜ ਕੱਲ ਤਾਂ 2 ਮਿੰਟ ਦੇ ਵਿੱਚ ਕੁੱਕਰ ਰੋਟ ਬਣ ਜਾਂਦੇ ਆ, 2 ਮਿੰਟ ਕੀ ਮੈਗੀ ਬਣ ਜਾਂਦੀ ਹੈ ਨਾ। ਉਹ ਫਿਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ, ਉਹ 2 ਮਿੰਟ ਵਾਲੀਆਂ ਨਹੀਂ ਹੈ, ਸਾਡੇ ਸਰੀਰ ਦੇ ਲਈ ਠੀਕ ਨਹੀਂ ਹੈਗੀਆਂ। ਸਾਡੀਆਂ ਆਂਤੜਾਂ ਦੇ ਵਿੱਚ ਜਾ ਕੇ ਮੈਦਾ ਜਿਹੜਾ ਹੈਗਾ ਉਹ ਨੁਕਸਾਨ ਪਹੁੰਚਾਉਂਦਾ ਹੈ। ਸਾਡੇ ਸਰੀਰ ਦੇ ਵਿੱਚ ਵੀ ਬੈਕਟੀਰੀਆ ਹੁੰਦੇ ਨੇ ਜਿਹਨੂੰ ਅਸੀਂ ਪ੍ਰੋਬਾਇਓਟਿਕ ਕਹਿੰਦੇ ਆ, ਤੇ ਉਹ ਸਾਡੀ ਆਂਤੜਾਂ 'ਚ ਹੁੰਦੇ ਨੇ। ਉਹ ਖਾਂਦੇ ਕੀ ਨੇ? ਉਹ ਖਾਂਦੇ ਨੇ ਹਰਿਆਲੀ, ਫਾਈਬਰ, ਸਬਜ਼ੀਆਂ ਤੇ ਹਰਿਆਲੀ ਖਾਂਦੇ ਨੇ। ਉਹ ਜਿਹੜੀਆਂ ਆਪਣੀਆਂ ਆਂਤੜਾਂ ਦੇ ਵਿੱਚ ਜਿਹੜਾ ਐਪੈਂਡਿਕਸ ਹੁੰਦਾ ਹੈ, ਆਂਤੜਾਂ ਦੇ ਵਿੱਚ ਜਿਹੜਾ ਪ੍ਰੋਬਾਇਓਟਿਕ ਚੰਗੇ ਬੈਕਟੀਰੀਆ ਹੁੰਦੇ ਨੇ, ਉਹ ਸਾਡੇ ਫਾਈਬਰ ਨੂੰ ਖਾਂਦੇ ਨੇ। ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਪ੍ਰੋਬਾਇਓਟਿਕ, ਇੱਕ ਹੁੰਦਾ ਪ੍ਰੀਬਾਇਓਟਿਕ। ਅੱਛਾ, ਸਮਝੋ ਗੱਲ ਨੂੰ। ਇੱਕ ਪ੍ਰੋਬਾਇਓਟਿਕ ਮਤਲਬ ਕਿ ਬੈਕਟੀਰੀਆ ਖੁਦ, ਅੱਛਾ। ਪ੍ਰੀਬਾਇਓਟਿਕ ਉਹਨੂੰ ਕਹਿੰਦੇ ਆ ਜੋ ਉਹ ਖਾਂਦਾ। ਠੀਕ ਹੈ। ਅਗਰ ਆਪਾਂ ਬੈਕਟੀਰੀਆ ਖਾ ਲਾਂਗੇ, ਬੈਕਟੀਰੀਆ ਲੈ ਲਵਾਂਗੇ ਆਪਾਂ, ਜਿਸ ਤਰ੍ਹਾਂ ਆਪਾਂ ਦਹੀਂ ਹੈ, ਦਹੀਂ ਦੇ ਵਿੱਚ ਪ੍ਰੋਬਾਇਓਟਿਕ ਹੈ, ਲੇਕਿਨ ਪ੍ਰੀਬਾਇਓਟਿਕ ਨਹੀਂ ਹੈਗਾ। ਦਹੀਂ ਦੇ ਨਾਲ ਅਸੀਂ ਕੋਈ ਨਾ ਕੋਈ ਸਬਜ਼ੀ ਜ਼ਰੂਰੀ ਹੈ, ਫਾਈਬਰ ਜ਼ਰੂਰੀ ਹੈ, ਉਹਨੂੰ ਆਪਾਂ ਪ੍ਰੀਬਾਇਓਟਿਕ ਕਹਿ ਦਿੰਦੇ ਆ। ਠੀਕ ਹੈ। ਜਾਂ ਆਪਾਂ ਇਨੂਲਿਨ ਕਹਿ ਦਿੰਦੇ ਆ। ਜੀ ਜੀ। ਤੇ ਉਹ ਜਿਹੜਾ ਫਾਈਬਰ ਹੈਗਾ ਉਹ ਪਨਪਦਾ ਹੈ ਉਸ ਦੇ ਉੱਤੇ। ਤੇ ਸਾਡੇ ਸਰੀਰ ਦੇ ਵਿੱਚ ਜਿਹੜੇ ਬੰਦੇ ਸ਼ਾਕਾਹਾਰੀ ਨੇ, ਜਿਹੜੇ ਆਪਣਾ ਪ੍ਰੋਗਰਾਮ ਦਾ ਨਾਮ ਹੀ ਖਾਲਸ ਡਾਈਟ ਹੈ, ਤੇ ਜਿਹੜੇ ਬੰਦੇ ਮੀਟ ਮੂਟ ਨਹੀਂ ਖਾਂਦੇ ਨੇ, ਉਹਨਾਂ ਨੂੰ ਵਿਟਾਮਿਨ B12 ਦੀ ਕਮੀ ਬਹੁਤ ਰਹਿੰਦੀ ਹੈ। ਠੀਕ ਹੈ। ਤੇ ਉਹਨਾਂ ਵਾਸਤੇ ਖਾਸ ਕਰ ਕਰੋਨਾ ਡੇਜ਼ ਦੇ ਵਿੱਚ ਮੈਂ ਇੱਕੋ ਗੱਲ ਕਹਾਂਗਾ ਕਿ ਤੁਸੀਂ ਜਿਹੜਾ ਆਪਣਾ ਆਂਤੜਾ ਨੂੰ ਠੀਕ ਰੱਖਣਾ ਹੈ। ਤੁਸੀਂ ਪ੍ਰੀਬਾਇਓਟਿਕ ਜਿਹੜੇ ਹੈਗੇ ਨੇ ਉਹ ਜ਼ਰੂਰ ਖਾਣੇ, ਸਬਜ਼ੀਆਂ ਖਾਣੀਆਂ। ਸਬਜ਼ੀ ਕਿਹੜੀ ਖਾਣੀ ਹੈ? ਇਹ ਵੀ ਜ਼ਰੂਰੀ ਹੈ। ਤੇ ਜਿੰਨੀਆਂ ਵੀ ਰੰਗ ਬਰੰਗੀਆਂ ਸਬਜ਼ੀਆਂ ਆਉਂਦੀਆਂ,
ਮੌਸਮੀ ਸਬਜ਼ੀਆਂ ਤਾਜ਼ੀਆਂ ਰੰਗ ਬਰੰਗੀਆਂ ਸਾਰੀਆਂ ਖਾਓ। ਮੈਂ ਕਹਿੰਦਾ ਜਿਹੜੀ ਮਤਲਬ ਐਕਸਟਰਾ ਆਰਡੀਨਰੀ ਜਿਹੜੀ ਰੰਗ ਹੈਗਾ ਨਾ ਜਿਹਦੇ ਵਿੱਚ, ਜਿਸ ਤਰ੍ਹਾਂ ਆਪਾਂ ਕਹਿ ਲਈਏ ਬਰੋਕਲੀ ਖਾਓ। ਹਰੀ ਦਾ ਆ ਵੀ ਪਤਾ ਹਰਾ ਹੈਗਾ, ਲੇਕਿਨ ਬਰੋਕਲੀ ਦਾ ਹਰਾ ਰੰਗ ਹੋਰ ਤਰੀਕੇ ਦਾ ਹੁੰਦਾ ਹੈ ਨਾ। ਬਰੋਕਲੀ ਸਭ ਨੂੰ ਸਵਾਦ ਨਹੀਂ ਲੱਗਦੀ। ਹਾਂ ਦੇਖੋ ਬਰੋਕਲੀ ਸਵਾਦ ਇਸ ਲਈ ਨਹੀਂ ਲੱਗਦੀ ਕਿ ਬਰੋਕਲੀ ਨੂੰ ਅਸੀਂ ਬਣਾਉਣਾ ਨਹੀਂ ਹੈ, ਬਰੋਕਲੀ ਨੂੰ ਅਸੀਂ ਸਿਰਫ ਮਾੜਾ ਜਿਹਾ ਸਟੀਮ ਦੇ ਕੇ ਸੋਟੇ ਕਰਕੇ ਖਾਣਾ ਜੀ ਬਿਲਕੁਲ। ਉਹਨੂੰ ਮਾੜਾ ਜਿਹਾ ਉਹਨੂੰ ਬਸ ਗਰਮ ਕੀਤਾ ਤੇ ਉੱਤੇ ਰੱਖ ਕੇ ਉਹਨੂੰ ਸਟੀਮ ਦੇ ਕੇ ਖਾਣਾ ਹੈ, ਪਕਾਣਾ ਨਹੀਂ ਹੈ। ਅਸੀਂ ਇਹ ਹੋ ਕਰਦੇ ਹਾਂ ਕਿ ਖਾਣੇ ਨੂੰ ਅਸੀਂ ਨਾ ਬਹੁਤ ਜ਼ਿਆਦਾ ਪਕਾ ਦਿੰਦੇ ਹਾਂ, ਨਿਊਟ੍ਰੀਐਂਟਸ ਦੀ ਸਾਰੀਆਂ ਉਹ ਨਾਸ ਵੱਜ ਜਾਂਦਾ, ਉਹ ਨਹੀਂ ਆਪਾਂ ਕਰਨਾ। ਸੀਟੀਆਂ ਮਰਵਾ ਸੀਟੀਆਂ ਮਰਵਾ ਕੇ ਪੂਰਾ ਤਹਿਸ ਨਹਿਸ ਕਰ ਦਿੰਦੇ ਆ ਉਹਦੀ ਨਿਊਟ੍ਰੀਐਂਟਸ ਦੀ, ਉਹ ਕੰਮ ਨਹੀਂ ਕਰਨਾ। ਤੇ ਜਿਹੜੇ ਆ ਚੁਕੰਦਰ ਹੋ ਗਈ, ਚੁਕੰਦਰ ਵੀ ਲੋਕਾਂ ਨੂੰ ਬਹੁਤ ਘੱਟ ਪਸੰਦ ਹੈ। ਹਾਂ ਮੈਂ ਤਾਂ ਪਰ ਇਹਦੇ ਚ ਗੁਣ ਬਹੁਤ ਨੇ। ਚੁਕੰਦਰ ਨੂੰ ਮੈਂ ਤਾਂ ਪੱਤੇ ਕੱਟ ਕੇ ਨਾ, ਚੁਕੰਦਰ ਨੂੰ ਤੇ ਉਹਦੇ ਪੱਤੇ ਕੱਟ ਕੇ ਮਿਕਸੀ ਚ ਪਾ ਕੇ ਉਹਨੂੰ ਪੀਸ ਕੇ ਤੇ ਪਾਣੀ ਪਾ ਕੇ ਜੂਸ ਬਣਾਉਣਾ ਹੈ। ਜੂਸ ਪੀਣਾ, ਹਾਂ ਪੱਤੇ ਦੇ ਨਾਲ ਖਾਓ ਚੁਕੰਦਰ, ਬਹੁਤ ਵਧੀਆ। ਬੀਟਰੂਟ ਜਿਹੜੇ ਚ ਰੰਗ ਹੈਗਾ ਨਾ, ਰੱਬ ਨੇ ਸਾਨੂੰ ਇਹ ਰੰਗਤ ਜਿਹੜੀ ਫਰੂਟ ਚ ਪਾਈ, ਸਬਜ਼ੀਆਂ ਚ ਪਾਈ ਹੈ ਜਿਹੜੀ, ਉਹ ਸਾਡੇ ਵਾਸਤੇ ਮਤਲਬ ਕਿ ਫਾਇਦੇਮੰਦ ਹੈਗੀ ਹੈ। ਇੱਕ ਮਤਲਬ ਇੱਕ ਕੁਦਰਤੀ ਨਿਆਮਤ ਹੈ। ਹਾਂ ਸਾਨੂੰ ਇਮਿਊਨਿਟੀ ਦੇਣ ਵਾਸਤੇ ਹੈ। ਜੀ ਜੀ। ਅੱਛਾ ਹੁਣ ਜਿਹੜਾ ਹੁੰਦਾ ਕੀ ਹੈ, ਮੇਨ ਡਾਈਟ ਦੇ ਵਿੱਚ ਕੀ ਹੁੰਦਾ ਹੈ, ਪ੍ਰੋਟੀਨ, ਫੈਟ ਤੇ ਕਾਰਬੋਹਾਈਡਰੇਟ। ਜੀ ਜੀ। ਰੋਟੀ ਦਾਲ ਖਤਮ, ਇਹ ਡਾਈਟ ਨਹੀਂ ਹੈਗੀ। ਅਸੀਂ ਰੰਗ ਬਰੰਗੀਆਂ ਚੀਜ਼ਾਂ ਵੀ ਖਾਣੀਆਂ ਜਿਹੜੀਆਂ ਕਿ ਸਾਨੂੰ ਬਹੁਤ ਥੋੜੀ ਮਾਤਰਾ 'ਚ ਲੋੜ ਹੁੰਦੀ ਹੈ। ਹੁਣ ਵਿਟਾਮਿਨ B12 ਦੀ ਮੈਂ ਗੱਲ ਕਰ ਰਿਹਾ ਸੀਗਾ, ਸਿਰਫ 2.5 ਮਾਈਕਰੋਗ੍ਰਾਮ, ਮਿਲੀਗ੍ਰਾਮ ਨਹੀਂ, ਮਾਈਕਰੋਗ੍ਰਾਮ ਲੋੜ ਹੁੰਦੀ ਹੈ। ਜੀ ਜੀ। ਜਿਸ ਵੀ ਬੰਦੇ ਦਾ, ਜਿਸ ਵੀ ਖਾਲਸ ਬੰਦੇ ਦਾ ਜਿਹੜਾ ਨੌਨ ਵੈਜ ਨਹੀਂ ਖਾਂਦਾ, ਸ਼ਾਕਾਹਾਰੀ ਬਿਲਕੁਲ ਹੈਗਾ ਉਹ, ਤੇ ਉਹਦੇ ਵਿੱਚ ਪੇਟ ਠੀਕ ਹੋਏਗਾ, ਉਹਨੂੰ B12 ਦੀ ਕਮੀ ਨਹੀਂ ਆਏਗੀ ਕਿਉਂਕਿ ਉਹ ਦੁੱਧ ਪੀਂਦਾ ਹੈ। ਜੀ, ਯਾਨੀ ਕਿ ਬਰੋਕਲੀ ਤੇ ਚੁਕੰਦਰ ਜਾਂ ਫਿਰ ਸਾਰੀਆਂ ਸਬਜ਼ੀਆਂ, ਬਰੋਕਲੀ, ਚੁਕੰਦਰ ਹੋ ਗਈ, ਸਟ੍ਰਾਬੇਰੀ ਹੋ ਗਈ, है ना, गाजर हो गई, आप सलाद वांगू खानी है। ये नहीं आप वही गल आ गई सीटी मारन वाली, हाँ वो नहीं आप खानी, इनू आप उस तरीके नाल खानी है, रॉ खानी है आप। ते ये चीज़ां आप खानियां ते इहदे नाल जिहड़ियां इन्ना की हुंदा है कि साडी बॉडी दे विच एंटीऑक्सीडेंट तुम देसी तरीके नाल समझाना है कि इहदा मतलब ये हुंदा है कि साडी बॉडी दे विच तोड़ फोड़ हो रही है। ठीक है, साडी बॉडी गर्म है, साडी बॉडी ठंडी नहीं है। ठीक है ना, साडी बॉडी विच ऑक्सीडेशन हो रही है, बर्निंग हो रही है, फ्री रेडिकल निकल रहा है। तुसीं ऐ देखो कि जिथे अग लगदी है धुआं निकलदा है ना, हुण जिहड़ी अग लगदी है ਉਹਦਾ ठीक है काम हो गया, धुआं निकलिया ਉਹ गलत हो गया, ਉਹ ਧੂਆਂ ਜਿਹੜਾ ਹੈਗਾ ਉਹ फ्री रेडिकल है। ਉਹਨੂੰ ਰੋਕਣ ਵਾਸਤੇ ਸਾਨੂੰ ਇਹ ਐਂਟੀਆਕਸੀਡੈਂਟ ਖਾਣੇ ਪੈਣੇ, ਆਪਣੀ ਜਿਹੜੀ ਸਰੀਰ ਦਾ ਸੁਰੱਖਿਆ ਕਵਚ ਨੇ ਇਹ। ਹਾਂ ਸੁਰੱਖਿਆ ਕਵਚ ਹੈਗੇ ਇਹ ਚੀਜ਼ਾਂ, ਆਪਾਂ ਇਹ ਤਾਂ ਮਤਲਬ ਡਾਈਟ ਦੇ ਵਿੱਚ ਬਹੁਤ ਜ਼ਰੂਰੀ ਹੈਗੀਆਂ। ਮਤਲਬ ਕੋਈ ਤੁਸੀਂ ਦਿਮਾਗ ਲਾਉਣ ਦੀ, ਬੋਝ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਆਹ ਨੰਬਰ ਲਿਖ ਲਓ ਕਿ ਆਹ ਖਾਣਾ। ਜਿੰਨੇ ਵੀ ਰੰਗ, ਤੁਸੀਂ ਸਬਜ਼ੀ ਮੰਡੀ ਜਾਓ, ਰੰਗ ਬਰੰਗੀਆਂ ਸਬਜ਼ੀਆਂ ਮਿਲਦੀਆਂ ਨੇ, ਉਹ ਲਓ ਸਾਰੀਆਂ, ਮਿਕਸ ਵੈਜ ਬਣਾ ਕੇ ਖਾ ਲਓ, ਸੂਪ ਬਣਾ ਲਓ, है ना। ਤੇ ਫਰੂਟਸ ਦੇ ਵਿੱਚ ਵੀ ਕਾਫੀ ਅੱਛੇ ਚੀਜ਼ਾਂ ਹੈਗੀਆਂ। ਫਲਾਂ ਦੀ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਡਾਕਟਰ ਸਾਹਿਬ ਕਿ ਕਿਹੜੇ ਫਲ ਨੇ ਜਿਹੜੇ ਕਿਵੇਂ ਖਾਣੇ ਨੇ। ਇੱਕ ਫਲਾਂ ਦੀ ਟਾਈਮਿੰਗ ਨੂੰ ਲੈ ਕੇ ਬੜੀ ਚਰਚਾ ਹੁੰਦੀ ਹੈ, ਸਵੇਰੇ ਖਾਣੇ, ਸ਼ਾਮ ਨੂੰ ਖਾਣੇ, ਕਦੋਂ ਖਾਣੇ। ਦੇਖੋ ਫਲ ਜਿਹੜਾ ਹੈਗਾ ਨਾ, ਫਲ ਜਿਹੜਾ ਹੈਗਾ ਉਹਦੇ ਵਿੱਚ ਇੰਨੇ ਜ਼ਿਆਦਾ ਨਿਊਟ੍ਰੀਐਂਟਸ ਹੈਗੇ ਆ, ਉਹ ਇੱਕ ਖੁਦ ਹੀ ਇੱਕ ਡਾਈਟ ਹੈ। ਠੀਕ ਹੈ, ਫਲ ਜਿਹੜੇ ਹੈਗੇ ਨੇ ਆਪਾਂ ਅਲੱਗ ਖਾਣੇ ਆ। ਠੀਕ ਹੈ, ਡਾਈਟ ਦੇ ਨਾਲ ਨਹੀਂ ਖਾਣੇ। ਮਤਲਬ ਜਿਸ ਤਰ੍ਹਾਂ ਆਪਾਂ ਫਲ ਖਾਣੇ ਆ ਤਾਂ ਸਰ ਆਪਾਂ ਡਾਈਟ ਰਾਤ ਨੂੰ ਖਾ ਰਹੇ ਆ ਤੇ ਫਲ ਅਸੀਂ ਉਸ ਤੋਂ 1-2 ਘੰਟੇ ਪਹਿਲੇ ਖਾਣੇ ਆ, ਨਾਲ ਨਹੀਂ ਖਾਣਾ, ਵੱਖਰਾ ਟਾਈਮ ਦੇਣਾ ਬੋਡੀ ਨੂੰ, ਉਹਨੂੰ ਆਰਾਮ ਨਾਲ ਉਸ ਤੋਂ ਮਾਈਕਰੋ ਨਿਊਟ੍ਰੀਐਂਟਸ ਮਤਲਬ ਕਿ ਬਹੁਤ ਮਹੀਨ ਮਾਤਰਾ ਦੇ ਵਿੱਚ ਜਿਹੜੇ ਪਾਏ ਜਾਂਦੇ ਨੇ, ਉਹਦੇ ਬਿਨਾ ਸਾਡੇ ਸਰੀਰ 'ਚ ਜਿਹੜੇ ਚੱਕਰ ਚੱਲਦੇ ਨੇ, ਅੰਦਰ ਸਾਈਕਲ ਚੱਲਦੇ ਨੇ, ਉਹ ਨਹੀਂ ਚੱਲ ਸਕਦੇ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਹਾਂ, ਜਿਸ ਤਰ੍ਹਾਂ ਆਪਾਂ ਖਾਣਾ ਬਣਾਉਂਦੇ ਆ, ठीक है, नमक ना होवे फिर किसा लगेगा, बिल्कुल फिक्का, थोड़ा जिहा नमक ना पाइए ते काम खत्म हो गया ना, बक लगदा। हाँ उसी तरीके नाल जिहड़े आ हैगे ना, जिहड़े आ फ्रूट्स हैगे ने, ਇਹ ਮਾਈਕਰੋ ਨਿਊਟ੍ਰੀਐਂਟਸ ਹੈਗੇ, ਇਹ ਨਮਕ ਵਾਂਗੂ ਸਾਡੀ ਬੋਡੀ ਦੇ ਵਿੱਚ, ਸਾਡੇ ਸਰੀਰ ਨੂੰ, ਇਹ ਸਾਈਕਲ ਨੂੰ ਐਜ਼ ਏ ਕੈਟਾਲਿਸਟ, ਐਜ਼ ਏ ਬੂਸਟਰ, ਇਹ ਉਹਨੂੰ ਬੂਸਟਰ ਮਤਲਬ ਤੇਜ਼ ਕਰਦੇ ਨੇ। ਜੀ ਜੀ, ਸਾਡੀ ਬੋਡੀ ਦੀ ਰੋਗ ਪ੍ਰਤੀਰੋਧ ਸ਼ਮਤਾ ਨੂੰ ਵਧਾਉਂਦੇ ਨੇ। ਸੋ ਡਾਕਟਰ ਸਾਹਿਬ, ਇਹ ਫਲਾਂ ਦੀ ਤੁਸੀਂ ਗੱਲ ਕੀਤੀ ਹੈ, ਮਤਲਬ ਸਾਰੇ ਫਲ ਹੀ ਖਾ ਲੈਣੇ ਚਾਹੀਦੇ ਆ ਜਾਂ ਕੋਈ ਇੱਕ ਅੱਧਾ ਇਹੋ ਜਿਹਾ ਫਲ ਵੀ ਹੈ ਜਿਹੜਾ ਕਰੋਨਾ ਤੋਂ ਬਚਣ ਲਈ ਜ਼ਿਆਦਾ ਖਾਣਾ ਚਾਹੀਦਾ? ਦੇਖੋ ਜਿਹੜੇ ਫਲਾਂ ਦੇ ਵਿੱਚ ਵਿਟਾਮਿਨ ਸੀ ਹੁੰਦੀ ਹੈ, ਜੀ ਜੀ, ਸਿਟਰਸ ਖੱਟੇ ਵਾਲੇ, ਹੈ ਨਾ, ਤੇ ਲਾਲ ਸ਼ਿਮਲਾ ਮਿਰਚ,
ਕਈ ਬੰਦੇ ਕਹਿੰਦੇ ਆ ਕਿ ਮੈਨੂੰ ਜੀ ਨਿੰਬੂ ਸੂਟ ਨਹੀਂ ਕਰਦਾ, ਵਿਟਾਮਿਨ ਸੀ ਖਾਂਦੇ ਆ, ਨਿੰਬੂ ਸੂਟ ਨਹੀਂ ਕਰਦਾ। ਜਿਨ੍ਹਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਉਹ ਆਮਲਾ ਖਾ ਸਕਦੇ ਆ, ਜਿਨ੍ਹਾਂ ਨੂੰ ਆਮਲਾ ਵੀ ਸੂਟ ਨਹੀਂ ਕਰਦਾ ਉਹ ਲਾਲ ਸ਼ਿਮਲਾ ਮਿਰਚ ਖਾ ਸਕਦੇ ਆ। ਠੀਕ ਹੈ, ਲਾਲ ਤੇ ਪੀਲੀ, ਦੇਖੋ ਰੱਬ ਨੇ ਜਿਹੜਾ ਲਾਲ ਤੇ ਪੀਲੀ ਸ਼ਿਮਲਾ ਮਿਰਚ ਬਣਾਈ ਹੈ, ਕੁਛ ਤਾਂ ਖਾਸੀਅਤ ਹੋਏਗੀ ਨਾ ਉਹਦੀ, ਕੁਛ ਤਾਂ ਹੈ ਨਾ ਉਹਦੇ 'ਚ ਫਰਕ, ਲਾਲ ਪੀਲੀ ਹਰੀ, ਤਾਂ ਹੀ ਲਾਲ ਪੀਲੀ ਬਣਾਈ ਹੈ, ਹਰੀ ਕਿਉਂ ਨਹੀਂ ਬਣਾਤੀ, ਹੈ ਨਾ। ਤੇ ਜਿਹੜੇ ਰੰਗ ਤੇ ਆਂਦੀਆਂ ਨੇ ਨਾ, ਇਹ ਸਾਰੀਆਂ ਐਂਟੀਆਕਸੀਡੈਂਟਸ ਨੇ। ਇਹ 'ਚ ਵਿਟਾਮਿਨ ਸੀ ਜਿਹੜੀ ਹੈਗੀ ਹੈ ਇਹ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਤੇ ਐਂਟੀ ਕਰੋਨਾ ਮੰਨੀ ਜਾਂਦੀ ਹੈ, ਤੇ ਸਭ ਡਾਕਟਰਸ ਇਹਨੂੰ ਪ੍ਰਸਕ੍ਰਾਈਬ ਕਰਦੇ ਨੇ। ਤੇ ਇਹਦੇ ਵਾਸਤੇ ਆਪਾਂ ਕੀਵੀ ਹੋ ਗਿਆ, ਸਿਟਰਸ ਹੋ ਗਿਆ, ਅਨਾਰ ਹੋ ਗਿਆ, ਜੀ ਜੀ, ਹੈ ਨਾ, ਅਨਾਰ ਦਾ ਜੂਸ ਹੋ ਗਿਆ, ਚਕੁੰਦਰ ਤੇ ਅਨਾਰ ਮਤਲਬ ਰੰਗ ਦਾ ਸੇਮ ਹੀ ਹੋ ਜਾਂਦੇ ਨੇ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਆਪਾਂ ਖਾ ਸਕਦੇ ਹੈਗੇ। ਤੇ ਜਿਹੜੇ ਫਰੂਟਸ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਕੁਛ ਨਾ ਕੁਛ ਨਿਊਟ੍ਰੀਐਂਟਸ ਹੁੰਦੇ ਨੇ ਜਿਹੜੇ ਕਿ ਆਪਣੀ ਜਿਹੜੀ ਰੋਗ ਪ੍ਰਤੀਰੋਧ ਸਮਤਾ ਨੂੰ ਇਹ ਠੀਕ ਕਰਦੇ। ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਹੁਣ ਦੱਸਿਆ ਕੀਵੀ, ਅਨਾਰ, ਪਾਈਨਐਪਲ, ਇਦਾਂ ਸਾਰੇ ਫਰੂਟ ਦੱਸੇ ਨੇ, ਪਰ ਇਹ ਵੀ ਸੱਚਾਈ ਹੈ ਕਿਉਂਕਿ ਆਪਣਾ ਪ੍ਰੋਗਰਾਮ ਸਭ ਦੇ ਲਈ ਹੈ। ਬਹੁਤ ਸਾਰੇ ਆਪਣੇ ਸਾਥੀ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਕੋਲ ਫਰੂਟ ਖਰੀਦਣ ਦੀ, ਫਲ ਖਰੀਦਣ ਦੀ ਸਮਰੱਥਾ ਨਹੀਂ ਹੈ, ਰੋਜ਼ ਨਹੀਂ ਲੈ ਸਕਦੇ, ਤੇ ਉਹ ਸਿਰਫ ਅਨਾਜ ਤੇ ਡਿਪੈਂਡ ਕਰਦੇ ਨੇ, ਰੋਟੀ, ਦਾਲ, ਸਬਜ਼ੀ ਉਹਨਾਂ ਨੇ ਖਾਣੀ ਹੈ। ਸੋ ਕੀ ਉਹਨਾਂ ਦੇ ਸਰੀਰ ਦੇ ਵਿੱਚ ਤੱਤ ਕਿਵੇਂ ਪੂਰੇ ਹੋ ਸਕਦੇ? ਦੇਖੋ ਉਹਨਾਂ ਵਾਸਤੇ ਤਾਂ ਇਸ ਤਰ੍ਹਾਂ ਹੈ ਕਿ ਸਪਲੀਮੈਂਟਸ ਮਿਲਦੇ ਨੇ ਵੈਸੇ, ਹੈ ਨਾ। ਇਸ ਤਰ੍ਹਾਂ ਵੈਸੇ ਤਾਂ ਮੈਂ ਪ੍ਰਮੋਟ ਨਹੀਂ ਕਰਦਾ ਕਿ ਸਪਲੀਮੈਂਟ ਨੂੰ, ਜਿਹੜੇ ਬੰਦੇ ਨਹੀਂ ਲੈ ਸਕਦੇ, ਮਹਿੰਗੀਆਂ ਚੀਜ਼ਾਂ ਸਾਰੀਆਂ, ਜਿੰਨੇ ਵੀ ਰੰਗ ਬਰੰਗੀਆਂ ਚੀਜ਼ਾਂ ਮਹਿੰਗੀਆਂ ਨੇ, ਤੇ ਵਿਟਾਮਿਨ ਸੀ ਦੀ ਗੋਲੀ ਮਿਲ ਜਾਂਦੀ ਹੈ, ਜ਼ਿੰਕ ਦੀ ਗੋਲੀ ਮਿਲ ਜਾਂਦੀ ਹੈ ਨਾ। ਜ਼ਿੰਕ ਦੇਖੋ, ਜ਼ਿੰਕ, ਵਿਟਾਮਿਨ ਸੀ, ਵਿਟਾਮਿਨ ਈ ਤੇ ਸਿਲਿਕਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੀਆਂ ਸਾਡੀ ਇਮਿਊਨਿਟੀ ਨੂੰ ਵਧਾਉਂਦੀਆਂ ਨੇ। ਹਾਂ, ਸੋ ਡਾਕਟਰ ਸਾਹਿਬ ਆਪਾਂ ਸਬਜ਼ੀਆਂ ਦੀ ਵੀ ਗੱਲ ਕਰ ਲਈ, ਫਲਾਂ ਦੀ ਵੀ ਗੱਲ ਕਰ ਲਈ, ਤੇ ਹਰਬਸ ਦੀ ਆਪਾਂ ਗੱਲ ਜ਼ਰੂਰ ਕਰੀਏ। ਤੁਸੀਂ ਕਿਉਂਕਿ ਹਰਬਸ ਦੇ ਨਾਲ ਰਿਲੇਟਡ ਹੋ, ਲੋਕਾਂ ਨੂੰ ਠੀਕ ਕਰਦੇ ਹੋ ਹਰਬਸ ਦੇ ਨਾਲ, ਉਹਨਾਂ ਦਾ ਵੀ ਕੋਈ ਯੋਗਦਾਨ ਹੈ ਕਰੋਨਾ ਦੇ ਦੌਰ 'ਚ? ਬਿਲਕੁਲ। ਦੇਖੋ ਜਿੰਨੇ ਵੀ ਮਸਾਲੇ ਸੀ ਨਾ, ਜਿੰਨੇ ਵੀ ਮਸਾਲੇ ਹੈ, ਮਸਾਲੇ ਮਤਲਬ ਕਿ ਆਪਾਂ ਉਹਨੂੰ ਤਰੀਕੇ ਨਾਲ ਖਾਣਾ, ਇਹ ਨਹੀਂ ਆਪਾਂ ਮਸਾਲੇ ਤੇਜ਼ ਕਰ ਦਿੰਦੇ ਆ ਸਬਜ਼ੀਆਂ ਦੇ ਵਿੱਚ, ਉਹ ਵਾਲਾ ਕੰਮ ਨਹੀਂ। ਲਸਣ, ਅਦਰਕ, ਪਿਆਜ਼ ਇਹ ਮਸਾਲਾ ਹੀ ਹੈ। ਹਾਂ, ਮਸਾਲਾ ਹੀ ਹੈ। ਲੇਕਿਨ ਆਪਾਂ ਇਹ ਜਿਹੜੇ ਹੈਗੇ ਨਾ, ਆਪਾਂ ਇਹ ਤਾਂ ਚਲੋ ਆਪਣੇ ਪਾਉਂਦੇ ਹੀ ਆ, ਅਸੀਂ ਚੀਜ਼ਾਂ ਦੇ ਵਿੱਚ ਪਾਉਂਦੇ ਹੀ ਆ। ਜਿਸ ਤਰ੍ਹਾਂ ਦਾਲਚੀਨੀ ਹੋ ਗਈ, ਸਿਨਾਮੋਮ, ਹੈ ਨਾ, ਦਾਲਚੀਨੀ ਹੋ ਗਈ, ਤੇ ਹਲਦੀ ਹੋ ਗਈ। ਆਪਣਾ ਰਾਤੀ ਸੌਣ ਲੱਗੇ ਦੁੱਧ ਪੀਂਦੇ ਆ ਨਾ ਆਪਾਂ, ਸਿੰਪਲ ਹੈ, ਹਲਦੀ ਪਾ ਲਓ। ਸੋ ਡਾਕਟਰ ਸਾਹਿਬ ਰਾਤ ਨੂੰ ਤੁਸੀਂ ਦੁੱਧ ਪੀਣ ਦੀ ਗੱਲ ਕੀਤੀ ਹੈ, ਇਹ ਤੇ ਵੀ ਬੜੀ ਚਰਚਾ ਹੁੰਦੀ ਰਹਿੰਦੀ ਹੈ ਕਿ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਅੱਜ ਕੱਲ੍ਹ ਇਹ ਰਿਵਾਜ ਚੱਲ ਪਿਆ ਕਿ ਰਾਤ ਨੂੰ ਕੁਝ ਵੀ ਨਾ ਖਾ ਪੀ ਕੇ ਸੌਂ, ਪਰ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ, ਅਸੀਂ ਜਿਵੇਂ ਵੱਡੇ ਹੋਏ ਹਾਂ, ਕਿ ਸਾਨੂੰ ਤਾਂ ਰਾਤ ਨੂੰ ਸੁੱਤੇ ਪਿਆ ਨੂੰ ਉਠਾ ਕੇ ਵੀ ਦੁੱਧ ਪਿਆ ਦਿੱਤਾ ਜਾਂਦਾ ਸੀਗਾ, ਪੀ ਕੇ ਫੇਰ ਨਾਲ ਦੀ ਨਾਲ ਪੈ ਜਾਓ। ਤੁਸੀਂ ਕਿਹਾ ਕਿ ਦੁੱਧ ਪੀਣਾ ਚਾਹੀਦਾ। ਹਾਂ, ਨਹੀਂ ਦੇਖੋ ਦੁੱਧ ਦੇ ਵਿੱਚ ਕੀ ਮਿਲਦਾ ਹੈ? ਟ੍ਰਿਪਟੋਫੈਨ, ਥੋੜੀ ਜਿਹੀ ਇੰਗਲਿਸ਼ ਦੇ ਵਰਡ ਹੈਗੇ ਟ੍ਰਿਪਟੋਫੈਨ। ਇਹ ਕੁਦਰਤੀ ਚੀਜ਼ਾਂ ਨੇ, ਦੁੱਧ 'ਚ ਪਈਆਂ ਹੋਈਆਂ ਨੇ। ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਮਾਂ ਦੁੱਧ ਪਿਲਾਉਂਦੀ ਹੈ ਆਪਣੇ ਬੱਚੇ ਨੂੰ, ਉਹ ਬੱਚਾ ਅੱਖਾਂ ਬੰਦ ਹੋ ਜਾਂਦੀਆਂ, ਦੇਖਿਆ? ਔਰ ਰਾਤ ਨੂੰ ਕਿਸੇ ਵੇਲੇ ਵੀ ਉੱਠ ਕੇ ਉਹ ਦੁੱਧ ਪੀ ਸਕਦਾ, ਠੀਕ ਹੈ ਨਾ। ਤਾਂ ਦੁੱਧ ਪੀਣ ਨਾਲ ਅੱਖਾਂ ਬੰਦ ਹੁੰਦੀਆਂ। ਮਤਲਬ ਦੁੱਧ ਦੇ ਵਿੱਚ ਨੀਂਦ ਦੀ ਇੱਕ ਟ੍ਰਿਪਟੋਫੈਨ ਅਮਾਈਨੋ ਐਸਿਡ ਹੈਗਾ, ਮਿਲਦਾ। ਠੀਕ ਹੈ, ਮਤਲਬ ਸੌਣ ਵਾਸਤੇ ਉਹ ਲਾਭਕਾਰੀ ਹੈ। ਉਹ ਤਾਂ ਮਾਂ ਦੁੱਧ ਸੀਗਾ, ਤੇ ਉਹ ਤਾਂ ਚਲੋ ਉਹ ਤਾਂ ਚੀਜ਼ ਅਲੱਗ ਹੋ ਗਈ। ਆਪਾਂ ਤਾਂ ਹੁਣ ਜਦ ਦੁੱਧ ਪੀਂਦੇ ਆ, ਇਹ ਦੁੱਧ ਦੇ ਵਿੱਚ ਵੀ ਸਾਨੂੰ ਟ੍ਰਿਪਟੋਫੈਨ ਮਿਲਦਾ ਹੈ। ਇਹ ਰਿਵਾਜ ਜਿਹੜਾ ਬਣਿਆ ਨਾ ਪੁਰਾਣਾ, ਕਿ ਇਹ ਰਾਤੀ ਦੁੱਧ ਪੀਣਾ ਹੈ, ਤੇ ਇਹ ਬਹੁਤ ਅੱਛਾ ਰਿਵਾਜ ਸੀਗਾ, ਤੇ ਆਪਾਂ ਪੀ ਸਕਦੇ ਆ। ਇਹ ਵਹਿਮ ਕਰਨ ਦੀ ਲੋੜ ਨਹੀਂ ਹੈਗੀ। ਬਾਕੀ ਲੋਕੀ ਡਰਦੇ ਆ ਕਿ ਮੈਂ ਦੁੱਧ ਪੀ ਕੇ ਮੈਂ ਮੋਟੀ ਹੋ ਜਾਵਾਂਗੀ, ਫੈਟ ਹੋ ਜਾਵਾਂਗੀ, ਮਲਾਈ ਲਾ ਦਿੰਦੇ ਆ। ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ, ਉਹ ਆਪਾਂ ਕਦੀ ਦੁਬਾਰਾ ਬਣਾਵਾਂਗੇ ਨਾ ਉਹ ਅਗਲਾ, ਹਾਂ, ਕਿ ਫੈਟ ਨਾਲ ਫੈਟ ਨਹੀਂ ਵੱਧਦਾ। ਅੱਛਾ, ਫੈਟ ਨਾਲ ਫੈਟ ਨਹੀਂ ਵੱਧਦਾ। ਇਹ ਬਹੁਤ, ਹਾਂ, ਇਹ ਵੇਟ ਕਰੋ, ਮੈਂ ਖੋਲਾਂਗਾ ਰਾਜ਼ ਬਹੁਤ। ਤੇ ਫੈਟ ਨਾਲ ਫੈਟ ਨਹੀਂ ਵੱਧਦਾ, ਤੇ ਜਿਹੜਾ ਇਹ ਵੱਧਦਾ ਹੈਗਾ ਉਹ ਮਿੱਠੇ ਨਾਲ ਵੱਧਦਾ। ਅੱਛਾ, ਮਿੱਠਾ ਜਿਹੜਾ ਮਤਲਬ ਆਪਾਂ ਇੱਕ, ਹਾਂ ਬਿਲਕੁਲ, ਜਿਵੇਂ ਸ਼ੂਗਰ ਪਾਉਂਦੇ ਆ। ਦੁੱਧ ਦੇ ਵਿੱਚ ਮਿੱਠਾ ਕੁਦਰਤੀ ਰੱਬ ਨੇ ਪਾਇਆ ਹੋਇਆ ਹੈ, ਜਿਹਦਾ ਨਾਮ ਹੈਗਾ ਲੈਕਟੋਸ। ਤੁਸੀਂ ਅਗਰ ਲੋੜ ਹੀ, ਤੁਸੀਂ ਅਗਰ ਮਿੱਠਾ ਨਹੀਂ ਖਾਓਗੇ ਨਾ, ਬਾਹਰੋਂ ਦੀ ਓਪਰਾ ਮਿੱਠਾ ਨਹੀਂ ਖਾਓਗੇ, ਤੇ ਤੁਸੀਂ ਦੁੱਧ ਪੀਓਗੇ, ਤੁਹਾਨੂੰ ਦੁੱਧ ਮਿੱਠਾ ਲੱਗੇਗਾ। ਅਗਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ, ਰਸਗੁੱਲੇ ਖਾਂਦੇ ਹੋ, ਗੁਲਾਬ ਜਾਮੁਨ ਖਾਂਦੇ ਹੋ, ਤੁਹਾਨੂੰ ਦੁੱਧ ਫਿੱਕਾ ਲੱਗੇਗਾ। ਬਿਲਕੁਲ, ਹੈ ਨਾ। ਇਹ ਸਾਰੇ ਟੇਸਟ ਪਰ ਦੀ ਸੈਂਸਿਟੀਵਿਟੀ ਹੁੰਦੀ ਹੈ। ਕੁਦਰਤ ਨੇ ਸਾਨੂੰ ਆਲਰੇਡੀ ਸਭ ਕੁਝ ਦਿੱਤਾ ਹੋਇਆ ਹੈ। ਹਾਂ, ਸੋ ਤੁਸੀਂ ਕਿਹਾ ਕਿ ਦੁੱਧ ਦੇ ਵਿੱਚ ਰਾਤ ਨੂੰ ਹਲਦੀ ਪਾ ਲਓ, ਕਿੰਨੀ ਕੁ ਪਾਉਣੀ ਹੈ? ਹਲਦੀ ਦੇਖੋ ਹਾਫ ਚਮਚ, ਜ਼ਿਆਦਾ ਨਾ ਪਾਓ।
ਹਾਫ ਚਮਚ ਵੀ ਬਹੁਤ ਜ਼ਿਆਦਾ ਹੁੰਦਾ ਡਾਕਟਰ? ਹਾਂ, ਇਹ ਹਾਫ ਚਮਚ ਕਾਫੀ ਹੈ। ਠੀਕ ਹੈ, ਇੱਕ ਗਲਾਸ ਦੇ ਵਿੱਚ ਹਾਂ ਹਾਫ ਚਮਚ। ਠੀਕ ਹੈ, ਹਾਫ ਚਮਚ ਪਾ ਕੇ ਤੇ ਹਾਫ ਚਮਚ ਦੇ ਉੱਪਰ ਲੈਵਲ ਕਰਕੇ ਨਾ ਪੂਰਾ ਦਾ। ਜਿੱਦਾਂ ਮਤਲਬ ਜਦੋਂ ਉਬਾਲਣਾ ਹੈ ਉਦੋਂ ਵਿੱਚ ਪਾਉਣੀ ਹੈ ਜਾਂ ਉਬਾਲੇ ਤੋਂ ਗਲਾਸ ਨਹੀਂ, ਜਦ ਪੀਣ ਤੋਂ ਪਹਿਲੇ। ਠੀਕ ਹੈ, ਮਤਲਬ ਗਲਾਸ ਚ ਪਾ ਕੇ ਉਹਦੇ ਵਿੱਚ ਮਿਕਸ ਕਰਕੇ ਤੇ ਆਪਾਂ ਨੂੰ ਪੀ ਲੈਣਾ ਹੈ ਉਹਨੂੰ। ਹਲਦੀ ਚ ਮਿਲਦਾ ਹੈ ਕਰਕੁਰਾਮਿਨ। ਕਰਕੁਰਾਮਿਨ ਕੀ ਹੁੰਦਾ ਹੈ? ਇਹ ਵੀ ਐਂਟੀਆਕਸੀਡੈਂਟ ਹੈ। ਪਰ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਪਾਉਨੇ ਆ ਫਿਰ ਦੁੱਧ ਚ ਪਾਉਣ ਦੀ ਕੀ ਲੋੜ ਹੈ? ਨਹੀਂ, ਸਬਜ਼ੀਆਂ ਜਦ ਆਪਾਂ ਪਾਉਂਦੇ ਆ ਆਪਾਂ ਤੜਕੇ ਮਾਰਦੇ ਆ, ਉਹਦਾ ਅਸਰ ਖਤਮ ਹੋ ਜਾਂਦਾ। ਠੀਕ ਹੈ। ਇੱਕ ਮੇਘਾਲਿਆ ਦੇ ਵਿੱਚ ਇੱਕ ਪਿੰਡ ਹੈਗਾ ਜਿਹਦੇ ਸਭ ਤੋਂ ਟੌਪ ਦੀ ਹਲਦੀ ਮਿਲਦੀ ਹੈ। ਠੀਕ ਹੈ, ਠੀਕ ਹੈ, ਮੇਰੇ ਵੱਡੇ ਵੀਰ ਜੀ ਉੱਥੇ ਰਹਿੰਦੇ ਨੇ ਤੇ ਮੈਂ ਜਾਊਂਗਾ ਉੱਥੇ, ਮੈਂ ਲੈ ਕੇ ਆਊਂਗਾ ਅਗਲੀ ਵਾਰੀ। ਠੀਕ ਹੈ, ਪਰ ਤੁਸੀਂ ਸਾਰਿਆਂ ਨੂੰ ਨਹੀਂ ਦੇ ਸਕਦੇ। ਨੈਟ ਤੇ ਸਰਚ ਮਾਰ ਲੈਣਾ ਕਿ ਮੇਘਾਲਿਆ ਦੇ ਵਿੱਚ ਇੱਕ ਪਿੰਡ ਹੈਗਾ ਜਿਹਦੇ ਸਭ ਤੋਂ ਟੌਪ ਦੀ ਕਰਕੁਰਾਮਿਨ ਮਿਲਦੀ ਹੈ ਤੇ ਉੱਥੇ ਕਿਸੇ ਨੂੰ ਵੀ ਕੈਂਸਰ ਕੁੰਸਰ ਨਹੀਂ ਹੁੰਦਾ। ਅੱਛਾ, ਹਲਦੀ ਕਰਕੇ? ਹਾਂ, ਤੇ ਮਤਲਬ ਕਿ ਇਹਨਾਂ ਤਕੜਾ ਉੱਚ ਹੈ। ਠੀਕ ਹੈ। ਤੇ ਉਹ ਮਤਲਬ ਹਲਦੀ ਜਿਹੜਾ ਹੈਗਾ ਇਹ ਦੇਸੀ ਸੈਫਰਨ ਹੈ। ਦੇਖੋ ਜਿਹੜਾ ਆਪਾਂ ਸੈਫਰਨ ਖਾਂਦੇ ਆ ਤੇ ਇਹ ਕਿੰਨਾ ਮਹਿੰਗਾ ਹੈ, ਬਹੁਤ ਮਹਿੰਗਾ, ਹਰ ਕੋਈ ਨਹੀਂ ਲੈ ਸਕਦਾ। ਆਹ ਦੇਸੀ ਸੈਫਰਨ ਹੈ। ਤੁਸੀਂ ਕਹਿੰਦੇ ਨੇ ਪੈਸੇ ਨਹੀਂ ਹੈਗੇ ਜਾਂ ਕੀ ਕਰਨ ਬੰਦੇ, ਹਲਦੀ ਤੱਕ ਪੀ ਸਕਦੇ ਹੋ, ਹੈ ਨਾ, ਹਲਦੀ ਤਾਂ ਪੀ ਸਕਦੇ ਹੋ ਨਾ। ਤੇ ਹਲਦੀ ਦੇ ਵਿੱਚ ਕਈ ਗੁਣ ਹੈਗੇ ਨੇ। ਹਲਦੀ ਦੇ ਵਿੱਚ ਮਤਲਬ ਕਿ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਹਲਦੀ ਦੇ ਨਾਲ ਲੋਕਾਂ ਨੂੰ ਨਾ ਇੱਕ ਕਈ ਥਾਂ ਤੇ ਮੈਂ YouTube 'ਚ ਦੇਖਿਆ ਕਿ ਟੌਪਿਕ ਆਉਂਦੇ ਨੇ ਕਿ ਇਹਨਾਂ ਪੱਥਰੀ ਹੁੰਦੀ ਹੈ ਇਸ ਤਰ੍ਹਾਂ ਕਰਕੇ। ਉਹ ਤੁਸੀਂ ਇਹਦੇ ਵਿੱਚ ਜਦ ਦੁੱਧ ਪੀ ਲਿਆ ਨਾ, ਬਾਅਦ ਚੋਂ ਦਿਨਚਰਿਆ ਦੇ ਵਿੱਚ ਤੁਸੀਂ ਨਿੰਬੂ ਵੀ ਨਾਲ ਪੀਓ ਨਾ। ਠੀਕ ਹੈ, ਨਿੰਬੂ ਵੀ ਪੀਓ, ਲਾਈਮ ਵੀ ਪੀਓ। ਹਾਂ, ਵਿਟਾਮਿਨ ਸੀ ਵੀ ਮਿਲ ਗਿਆ, ਉਹ ਤੁਹਾਡਾ ਯੂਰਿਕ ਐਸਿਡ ਵੀ ਨਿਕਲ ਗਿਆ। ਸੋ ਡਾਕਟਰ ਸਾਹਿਬ ਹੁਣ ਆਪਾਂ ਇਹ ਤੇ ਗੱਲ ਕਰ ਲਈਏ ਕਿ ਪੂਰੇ ਦਿਨ ਦੇ ਵਿੱਚ ਡਾਈਟ ਹੈ ਜਿਹੜੀ ਉਹ ਕਿਵੇਂ ਲੈਣੀ ਹੈ। ਸਵੇਰ ਦੀ ਸ਼ੁਰੂਆਤ ਉਹ ਕਿਹੜੀ ਡਾਈਟ ਦੇ ਨਾਲ ਕਰਨੀ ਹੈ, ਰਾਤ ਨੂੰ ਸੌਣ ਵੇਲੇ ਤੁਸੀਂ ਦੱਸਤਾ ਕਿ ਦੁੱਧ ਪੀਣਾ ਹਲਦੀ ਵਾਲਾ, ਤੇ ਪੂਰੇ ਦਿਨ ਚ ਕਿੰਨਾ ਖਾਣਾ ਪੀਣਾ? ਇਹ ਤਾਂ ਕਿ ਖਾਈ ਜਾਓ, ਫਰੂਟ ਖਾਈ ਜਾਓ, ਸਬਜ਼ੀਆਂ ਖਾਈ ਜਾਓ? ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਿੰਪਲ ਆਪਾਂ ਖਾਣਾ, ਉਹ ਜਿਹਨਾਂ ਨੂੰ ਦੇਖੋ, ਜਿਹਨਾਂ ਨੂੰ ਕਰੋਨਾ ਦੇਸ਼ ਦੇ ਵਿੱਚ, ਜਿਹਨਾਂ ਨੂੰ ਕਰੋਨਾ ਸਪੋਜ਼ ਕਰੋ ਜਿਹਨਾਂ ਨੂੰ ਹੋ ਗਿਆ, ਕਾਫੀ ਲੋਕਾਂ ਨੂੰ ਹੋਇਆ ਪਿਆ ਇਸ ਟਾਈਮ, ਹਾਂਜੀ, ਤੇ ਉਹਨਾਂ ਵਾਸਤੇ ਮੈਂ ਦੱਸ ਦਿੰਦਾ ਕਿ ਤੁਸੀਂ ਸਿੰਪਲ ਖਾਣਾ ਖਾਓ। ਸਿੰਪਲ ਜਿਸ ਤਰ੍ਹਾਂ ਆਪਾਂ ਦਾਲ ਫੁਲਕਾ ਪੋਹਾ ਆਪਾਂ ਖਾ ਸਕਦੇ ਹਾਂ, ਚਾਵਲ ਖਾ ਸਕਦੇ ਹਾਂ। ਜੀਰਾ ਜ਼ਰੂਰ ਪਾਉਣਾ ਹੈ। ਠੀਕ ਹੈ, ਜੀਰਾ ਜ਼ਰੂਰ ਪਾਉਣਾ ਹੈ। ਧਨੀਆ ਵੀ ਜ਼ਰੂਰ ਪਾਉਣਾ ਹੈ। ਧਨੀਆ ਦੇ ਹਰਾ ਧਨੀਆ ਤੇ ਸੁੱਕਾ ਧਨੀਆ ਵੀ ਆਪਾਂ ਪਾ ਸਕਦੇ ਹਾਂ। ਤੇ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਹੈਗੀਆਂ। ਲੌਂਗ ਦਾ ਯੂਜ਼ ਕਰੋ। ਠੀਕ ਹੈ, ਲੌਂਗ ਦਾ ਯੂਜ਼ ਕਰੋ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਚਾਹ ਚ ਪਾ ਕੇ, ਕਿਸੇ ਵੀ ਚੀਜ਼ ਪਾ ਕੇ ਯੂਜ਼ ਕਰ ਲਓ। ਇਲਾਇਚੀ ਦਾ ਯੂਜ਼ ਕਰੋ ਤੇ ਇਹ ਚੀਜ਼ਾਂ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਬਾਕੀ ਜਿਹੜੀ ਡਾਈਟ ਦੇ ਵਿੱਚ ਜਿਹੜਾ ਹੈਗਾ, ਇਹਦੇ ਵਿੱਚ ਆਪਾਂ ਲਿਕੁਇਡ ਡਾਈਟ ਜ਼ਿਆਦਾ ਲੈਣੀ ਹੈ। ਹਾਂ, ਕੋਕੋਨਟ ਵਾਟਰ ਲਓ ਤੁਸੀਂ। 2.5 ਤੋਂ 3 ਲੀਟਰ ਤੁਸੀਂ ਜਿਹੜੇ ਹੈਗੇ ਆ, 2.5 ਤੋਂ 3 ਲੀਟਰ ਤੁਸੀਂ ਪਾਣੀ ਪੀਓ ਤੇ ਉਹਦੇ ਵਿੱਚ ਤੁਸੀਂ ਚਾਹੇ ਨਿੰਬੂ ਪਾ ਲਓ ਚਾਹੇ ਨਾ ਪਾਓ, ਉਹ ਆਪਣੀ ਤੁਹਾਡੀ ਮਰਜ਼ੀ ਹੈਗੀ ਹੈ। ਤੇ ਮੌਸੰਮੀ ਦਾ ਜੂਸ ਵੀ ਲੈ ਸਕਦੇ ਆ, ਉਹ 'ਚ ਵਿਟਾਮਿਨ ਸੀ ਹੁੰਦਾ। ਠੀਕ ਹੈ ਨਾ, ਸਿਟਰਸ ਫਰੂਟ ਹੁੰਦੇ ਆ ਤੇ ਇਹ ਚੀਜ਼ਾਂ ਆਪਾਂ ਕਰ ਸਕਦੇ ਹਾਂ। ਸੋ ਇਹ ਤਾਂ ਤੁਸੀਂ ਦੱਸਿਆ ਵੀ ਜਿਨ੍ਹਾਂ ਨੂੰ ਕਰੋਨਾ ਹੋ ਗਿਆ ਵੀ ਸਿੰਪਲ ਡਾਈਟ ਖਾਓ ਜ਼ਰੂਰ, ਬੰਦ ਨਹੀਂ ਕਰਨਾ ਕੁਝ ਵੀ। ਸੋ ਦੂਸਰਾ ਜਿਹੜਾ ਜਿਨ੍ਹਾਂ ਨੂੰ ਨਹੀਂ ਹੈਗਾ ਕਰੋਨਾ ਪਰ ਉਹਨਾਂ ਨੇ ਬਚਣਾ ਇਸ ਚੀਜ਼ ਤੋਂ, ਉਹਨਾਂ ਦੀ ਪੂਰੇ ਦਿਨ ਦੀ ਡਾਈਟ ਕੀ ਹੋਣੀ ਚਾਹੀਦੀ? ਦੇਖੋ, ਜਿੰਨੇ ਸਵੇਰ ਦੀ ਸ਼ੁਰੂਆਤ, ਜਿੰਨੇ ਬਚਣਾ ਹੈ, ਜਿਹਨੂੰ ਹੋ ਗਿਆ ਤੇ ਇਹ ਸਾਰਿਆਂ ਵਾਸਤੇ ਇਹ ਐਂਟੀਆਕਸੀਡੈਂਟਸ ਜਿਹੜੇ ਹੈਗੇ ਨੇ ਇਹ ਚੱਲਣਗੇ ਤੇ ਜਿਹਨਾਂ ਨੂੰ ਹੋ ਗਿਆ ਉਹਨਾਂ ਨੇ ਪਾਣੀ ਜ਼ਿਆਦਾ ਪੀਣਾ। ਠੀਕ ਹੈ, ਡਾਈਟ ਹਲਕੀ ਰੱਖਣੀ ਹੈ ਜੀ। ਤੇ ਜਿਨ੍ਹਾਂ ਨੂੰ ਨਹੀਂ ਹੈਗਾ ਉਹ ਆਪਣੀ ਐਕਸਰਸਾਈਜ਼ ਧਿਆਨ ਦੇਣ। ਠੀਕ ਹੈ, ਆਪਣੀ ਐਕਸਰਸਾਈਜ਼ ਤੇ ਧਿਆਨ ਦੇਣ ਤੇ ਆਪਣੀ ਡਾਈਟ ਜਿਹੜੀ ਨਾਰਮਲ ਹੈਗੀ ਹੈ, ਪ੍ਰੋਟੀਨ ਪ੍ਰੋਪਰ ਖਾਣ ਤੇ ਮੋਟਾਪੇ ਵਾਲੇ ਪਾਸੇ ਨਾ ਜਾਣ। ਠੀਕ ਹੈ, ਸਵੇਰੇ ਉੱਠਣ, ਹਾਂ, ਜੰਕ ਫੂਡ ਨਾ ਖਾਣ ਤੇ ਇਹ ਤਾਂ ਹੀ ਗੱਲ ਬਣਨੀ ਹੈ। ਅੱਜ ਕੱਲ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਕਿ ਬਹੁਤ ਲਾਈਫ ਇਦਾਂ ਦੀ ਹੋ ਗਈ ਕਿ ਰਾਤ ਨੂੰ ਲੇਟ ਸੌਣਾ, ਸਵੇਰੇ ਬਹੁਤ ਲੇਟ ਉੱਠਣਾ, ਫਿਰ ਕਿਉਂਕਿ ਸਵੇਰੇ ਉੱਠ ਨਹੀਂ ਹੁੰਦਾ ਹੈਗਾ। ਕੀ ਇੱਕ ਹੈਲਦੀ ਸਰੀਰ ਦੇ ਲਈ ਕਿੰਨੇ ਵਜੇ ਸਾਨੂੰ ਉੱਠਣਾ ਚਾਹੀਦਾ ਹੈ ਤੇ ਉੱਠ ਕੇ ਕੀ ਕਰਨਾ, ਖਾਣਾ ਕੀ ਚਾਹੀਦਾ? ਸਭ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਬੰਦੇ ਨੂੰ? ਦੇਖੋ, ਸਭ ਤੋਂ ਪਹਿਲੇ ਹੈਗਾ ਖਾਲੀ ਪੇਟ ਹੁੰਦਾ ਕਿਉਂਕਿ ਦੇਖੋ ਗੁੱਡ ਸਲੀਪ। ਸਾਡੀ ਸਰੀਰ ਦੀ ਜਿਹੜੀ ਰਿਪੇਅਰ ਹੁੰਦੀ ਹੈ ਉਹ ਰਾਤ ਨੂੰ ਹੁੰਦੀ ਹੈ। ਯਾਦ ਰੱਖਿਓ, ਜਿਹੜੀ ਸਾਡੀ ਬੋਡੀ ਬਿਲਡਿੰਗ ਹੈ ਨਾ, ਉਹ ਮੈਂ ਵੀ ਬੋਡੀ ਬਿਲਡਿੰਗ ਕਰਦਾ, ਲੇਕਿਨ ਬੋਡੀ ਬਿਲਡਿੰਗ ਰਾਤ ਨੂੰ ਹੁੰਦੀ ਹੈ, ਜਿਮ 'ਚ ਨਹੀਂ ਹੁੰਦੀ। ਅੱਛਾ, ਜਿਮ ਦੇ ਵਿੱਚ ਤਾਂ ਆਪਾਂ ਸਰੀਰ ਤੋੜਦੇ ਆ, ਡੰਬਲ ਚੱਕ ਕੇ ਅਸੀਂ ਜਦ ਐਕਸਰਸਾਈਜ਼ ਕਰਦੇ ਆ ਸਾਡੇ ਮਸਲ ਦੁਖਦੇ ਆ, ਉੱਥੇ ਬਿਲਡ ਥੋੜੀ ਹੋ ਰਿਹਾ। ਜਦ ਘਰ ਆ ਕੇ ਅਸੀਂ ਸੌਂਦੇ ਆ ਡਾਈਟ ਲੈ ਕੇ ਚੰਗੀ ਤਰ੍ਹਾਂ, ਤਾਂ ਰਾਤੀ ਉਹ ਬਿਲਡਿੰਗ ਹੁੰਦੀ ਹੈ। ਹਾਂ, ਸੋਣਾ ਬਹੁਤ ਜ਼ਰੂਰੀ ਹੈ। ਟਾਈਮ ਤੇ ਸੋਣਾ ਤੇ ਸਵੇਰੇ ਪੂਰਾ ਆਪਣਾ
4-5 ਵਜੇ ਤੁਸੀਂ ਉਠੋ ਜੀ 5 ਵਜੇ ਉਠੋ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਵੀ ਜਿਹੜੇ ਬਹੁਤ ਜ਼ਿਆਦਾ ਜਿਹੜੇ ਲੋਕ ਨੇ 80% ਮੈਨੂੰ ਲੱਗਦਾ ਉੱਠਦੇ ਨਹੀਂ ਹੋਣੇ, ਉਹਨਾਂ ਨੇ ਦੇਖਿਆ ਨਹੀਂ ਹੋਣਾ ਵੀ ਸਵੇਰ ਕਿੰਨੀ ਸੋਹਣੀ ਹੁੰਦੀ ਹੈ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਅੱਜ ਉੱਠ ਕੇ ਦੇਖੋ ਨਾ 5 ਵਜੇ ਤੁਹਾਨੂੰ ਪਤਾ ਲੱਗੇਗਾ ਬਾਹਰ ਕਿਸ ਤਰ੍ਹਾਂ ਹੁੰਦਾ ਹੈ, ਬੜਾ ਅੱਛਾ ਮਾਹੌਲ ਬਣਦਾ ਹੈ। ਤੇ ਨਾਲੇ ਆਕਸੀਜਨ ਦੀ ਦੇਖੋ ਕਮੀ ਹੋਈ ਪਈ ਹੈ ਹੈਨਾ। ਅਸੀਂ ਪੇੜ ਲਗਾਓ, ਪੇੜ ਲਾਏ ਹੋਏ ਆ ਅਸੀਂ ਘਰਾਂ ਦੇ ਵਿੱਚ, ਤੇ ਘੁੰਮੋ। ਤੇ ਸਵੇਰ ਦੀ ਤੁਸੀਂ ਜਦ ਪਾਰਕ 'ਚ ਘੁੰਮੋਗੇ ਤੁਹਾਨੂੰ ਆਕਸੀਜਨ ਲੈਵਲ ਤੁਹਾਨੂੰ ਕੁਦਰਤੀ ਆਕਸੀਜਨ ਹੋਰ ਹੁੰਦੀ ਹੈ। ਬਿਲਕੁਲ ਜਿਹੜੀ ਤੁਸੀਂ ਹਸਪਤਾਲਾਂ ਵਾਲੀ ਆਕਸੀਜਨ ਅਲੱਗ ਹੈ, ਉਹ ਹਵਾ 'ਚੋਂ ਬਣਾਉਂਦੇ ਆ, ਉਹ ਹਵਾ 'ਚੋਂ ਬਣਾਉਂਦੇ ਨੇ ਆਕਸੀਜਨ, ਠੀਕ ਹੈ ਨਾ। ਤੇ ਉਹ ਮੈਡੀਕਲ ਆਕਸੀਜਨ ਕਹਿ ਦਿੰਦੇ ਆਪਾਂ ਉਹਨੂੰ ਹੈਨਾ। ਤੇ ਆਪਾਂ ਕੁਦਰਤ ਦੇ ਨਾਲ ਰਹੀਏ। ਮੇਨ ਚੀਜ਼ ਹੈਗੀ ਹੈ, ਇਹ ਬਿਮਾਰੀਆਂ 100 ਆਈਆਂ, ਹਜ਼ਾਰਾਂ ਆਈਆਂ, ਨਿਕਲ ਗਈਆਂ, ਇਨਸਾਨ ਉੱਥੇ ਹੀ ਬੈਠਾ। ਤੇ ਅਗਰ ਆਪਾਂ ਕੁਦਰਤ ਦੇ ਨਾਲ ਰਵਾਂਗੇ, ਕੁਦਰਤ ਦੇ ਨਾਲ ਰਵਾਂਗੇ ਤੇ ਸਾਨੂੰ ਕੁਝ ਨਹੀਂ ਹੋ ਸਕਦਾ। ਤਾਲਮੇਲ ਬਣਾ ਕੇ ਰੱਖਾਂਗੇ, ਇਹਨਾਂ ਬੂਟਿਆਂ ਨੂੰ ਮਤਲਬ ਸੰਭਾਲਾਂਗੇ, ਪਾਲਾਂਗੇ, ਤਾਂ ਨੈਚੁਰਲੀ ਸਾਡਾ ਮਨ ਵੀ ਉਸ ਤਰੀਕੇ ਦਾ ਹੋਏਗਾ ਤੇ ਸਾਡਾ ਤਨ ਵੀ ਉਸ ਤਰੀਕੇ ਦਾ ਹੋਏਗਾ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਜਿਹੜੀ ਚੰਗੀ ਜਾਣਕਾਰੀ ਦਿੱਤੀ ਹੈ ਕਰੋਨਾ ਦੇ ਟਾਈਮ ਦੇ ਵਿੱਚ। ਕੁਛ ਨਹੀਂ ਹੈ, ਆਪਾਂ ਮਤਲਬ ਜੋ ਗੱਲਾਂ ਤੁਸੀਂ ਦੱਸੀਆਂ ਨੇ ਕਹਿ ਸਕਦੇ ਹਾਂ ਕਿ ਕੋਈ ਬਹੁਤ ਵੱਡਾ ਹਊਆ ਨਹੀਂ ਹੈ। ਆਪਾਂ ਨਾਰਮਲ ਤਰੀਕੇ ਨਾਲ ਰਹਿਣਾ ਤੇ ਆਪਣੀ ਡਾਈਟ ਮਤਲਬ ਨਾਰਮਲੀ ਵੀ ਆਪਾਂ ਚੰਗੀ ਰੱਖਣੀ ਹੈ ਤਾਂ ਕਿ ਆਪਾਂ ਨੂੰ ਕੋਈ ਬਿਮਾਰੀ ਨਾ ਲੱਗੇ। ਇਹ ਨਹੀਂ ਕਿ ਕਰੋਨਾ ਤੋਂ ਹੀ ਬਚਣਾ, ਮਤਲਬ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਸੀਂ। ਬਿਲਕੁਲ ਬਚ ਸਕਦੇ ਹਾਂ, ਹਾਂ ਇਹ ਚੀਜ਼ਾਂ ਨਾਲ ਆਪਾਂ ਬਿਲਕੁਲ ਬਚ ਸਕਦੇ ਹਾਂ। ਤੇ ਬਾਕੀ ਜਿਹੜੀ ਅੱਜ ਕੱਲ ਜਿਹੜੀ ਆ ਖਾਂਸੀ ਖੂੰਸੀ ਚੱਲਦੀ ਪਈ ਹੈ, ਵਾਇਰਸ ਜਿਹੜਾ ਚੱਲਦਾ ਪਿਆ, ਇਹਦੇ ਵਾਸਤੇ ਜਿਸ ਤਰ੍ਹਾਂ ਇਲਾਇਚੀ ਹੋ ਗਈ ਹੈਨਾ, ਦਾਲਚੀਨੀ ਹੋ ਗਈ, ਸੀਤੋਪਲਾਦੀ ਚੂਰਨ ਹੋ ਗਿਆ ਹੈਨਾ, ਵੰਸ਼ਲੋਚਨ। ਇੱਕ ਨਾ ਵੰਸ਼ਲੋਚਨ ਹੁੰਦਾ ਹੈ, ਸਿਲਿਕਾ ਕਹਿੰਦੇ ਆ, ਸਿਲਿਕਾ ਹੈ। ਤੇ ਵੰਸ਼ਲੋਚਨ ਜਿਹੜਾ ਹੈਗਾ ਨਾ ਉਹ ਮਿਲਦਾ ਹੈ ਬੈਂਬੂ ਟਰੀ ਤੋਂ। ਠੀਕ ਹੈ, ਆ ਮੇਰੇ ਕੋਲ ਲੱਗਿਆ ਹੋਇਆ ਇੱਥੇ। ਤੇ ਇਹ ਬੈਂਬੂ ਦੇ ਜੜਾਂ ਦੇ ਵਿੱਚੋਂ ਦੀ ਇਹ ਵਾਈਟ ਗ੍ਰੈਨੂਲਸ ਨਿਕਲਦੇ। ਅੱਛਾ। ਤੇ ਉਤੋਂ ਵੰਸ਼ਲੋਚਨ ਬਣਦਾ ਹੈ। ਵੰਸ਼ਲੋਚਨ ਸੀਤੋਪਲਾਦੀ ਚੂਰਨ ਦੇ ਵਿੱਚ ਪੈਂਦਾ ਹੈ। ਠੀਕ ਹੈ, ਉਹ ਪੈਂਦਾ ਉਹਦੇ ਵਿੱਚ ਹੈ ਨਾ। ਸੋ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ, ਜਿਵੇਂ ਹੁਣ ਨਾਰਮਲੀ ਤੁਸੀਂ ਹੁਣ ਖੰਘ ਜ਼ੁਕਾਮ ਦੀ ਗੱਲ ਕੀਤੀ ਹੈ, ਜੇ ਆਪਾਂ ਨੂੰ ਖੰਘ ਜ਼ੁਕਾਮ ਹੁਣ ਹੋ ਜਾਂਦਾ ਹੈ ਕਰੋਨਾ ਦੇ ਦੌਰ ਦੇ ਵਿੱਚ, ਤਾਂ ਕੀ ਬਹੁਤ ਜ਼ਰੂਰੀ ਹੈ ਕਿ ਅਸੀਂ ਜਾ ਕੇ ਟੈਸਟ ਕਰਵਾਈਏ ਕਰੋਨਾ ਦਾ, ਡਾਕਟਰ ਦੇ ਕੋਲ ਜਾਈਏ, ਹਸਪਤਾਲ ਜਾਈਏ, ਜਾਂ ਇਦਾਂ ਵੀ ਖੰਘ ਜ਼ੁਕਾਮ ਠੀਕ ਆਪਾਂ ਕਰ ਲਈਏ ਘਰੇ ਬਹਿ ਕੇ, ਕਿਉਂਕਿ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ, ਜਨਮ ਤੋਂ ਹੀ ਹੁੰਦਾ? ਦੇਖੋ ਨਾਰਮਲ ਖਾਂਸੀ ਜ਼ੁਕਾਮ ਹੈਗਾ ਹੈ ਤੇ ਤੁਹਾਨੂੰ ਕੁਝ ਚੱਕਰ ਦੀ ਲੋੜ ਨਹੀਂ ਹੈਗੀ। ਤੁਸੀਂ ਇੰਨਾ ਹੈ ਕਿ ਤੁਸੀਂ ਆਪਣਾ ਆਕਸੀਜਨ ਚੈੱਕ ਕਰਦੇ ਰਹੋ। ਠੀਕ ਹੈ, ਠੀਕ ਹੈ ਨਾ। ਆਕਸੀਮੀਟਰੀ ਮੇਰੇ ਖਿਆਲ 400-500 ਰੁਪਏ ਦੀ ਮਿਲ ਜਾਂਦੀ ਹੈ ਹੈਨਾ। ਤੇ ਉਹ ਚੈੱਕ ਕਰਦੇ ਰਹੋ ਕਿ ਤੁਹਾਡੀ ਆਕਸੀਜਨ ਅਗਰ 95 ਤੱਕ ਤੋਂ ਥੱਲੇ ਜਾਂਦੀ ਹੈ, ਠੀਕ ਹੈ, ਠੀਕ ਹੈ, ਫਿਰ ਥੋੜੇ ਜਿਹੇ ਕੰਨ ਖੜੇ ਕਰ ਲਓ, ਗੜਬੜ ਹੋ ਰਹੀ ਹੈ ਕੁਛ ਹੈ ਨਾ। ਅਗਰ 90 ਤੋਂ ਥੱਲੇ ਜਾਂਦੀ ਹੈ ਫਿਰ ਤੁਹਾਨੂੰ ਜਾਣਾ ਚਾਹੀਦਾ ਹੈ। ਠੀਕ ਹੈ, ਠੀਕ ਹੈ। ਜੇ 95 ਤੋਂ ਥੱਲੇ ਹੈ ਫਿਰ ਮਤਲਬ ਸਾਨੂੰ ਘਰੇ ਪਰਹੇਜ਼? ਹਾਂ ਘਰੇ, ਬਿਲਕੁਲ ਬਿਲਕੁਲ। 95, 93, 94, 95 ਕੁਛ ਨਹੀਂ ਹੋਣਾ ਜੀ। 95 ਇੱਕ ਸਹੀ ਲੈਵਲ ਹੈ। ਹਾਂ 95 ਤੱਕ, 95 ਤੋਂ ਉੱਪਰ ਜਿੰਨੀ ਮਰਜ਼ੀ ਚਲੀ ਜਾਵੇ ਕੋਈ ਚੱਕਰ ਨਹੀਂ ਹੈ। ਹਾਂ ਉਹ ਵਧੀਆ ਹੈ। ਤੇ 95 ਤੇ ਅਗਰ ਆਂਦੀ ਹੈ ਉਹ ਵੀ ਠੀਕ ਹੈ। 95 ਤੋਂ ਥੱਲੇ ਆਂਦੀ ਹੈ ਤਾਂ ਥੋੜਾ ਅਲਰਟ ਹੋ ਜਾਓ। 95 ਤੋਂ ਉੱਪਰ ਕਿੰਨੀ ਜਾ ਸਕਦੀ ਹੈ ਮੈਕਸਿਮਮ? ਇਹ ਇਸ ਤਰ੍ਹਾਂ ਹੁੰਦਾ ਨਾ ਕਿ 100 ਦਾ ਆਪਾਂ ਆਕਸੀਜਨ ਹੈ, ਇਹ ਆਕਸੀਜਨ 100 ਆਪਾਂ ਗੱਲ ਕਰ ਰਹੇ ਹਾਂ, ਅਸੀਂ ਯੂਜ਼ ਕਰ ਰਹੇ ਹਾਂ ਨਾ ਆਕਸੀਜਨ ਨੂੰ, 100 ਤਾਂ ਆਏਗੀ ਨਹੀਂ ਸਾਡੀ, 98 ਤਾਂ ਆਏਗੀ, 98 ਆਏਗੀ ਨਾ, 98 97 ਇੰਨੀ ਆਏਗੀ। ਤੇ ਜਦ ਕਰੋਨਾ ਹੁੰਦਾ ਉਦੋਂ ਫੇਫੜੇ ਕੰਮ ਨਹੀਂ ਕਰਦੇ, ਤੇ ਉਦੋਂ ਇਹ 85 80 ਤੇ ਆ ਜਾਂਦੀ ਹੈ ਜੀ ਜੀ। ਇਹਦੀ ਮਾਰ ਜਿਹੜੀ ਕਰੋਨਾ ਦੀ ਹੈਗੀ ਹੈ ਨਾ, ਇਹ ਫੇਫੜੇ ਤੇ ਸਮਝਾਇਆ ਤੁਹਾਨੂੰ ਮੈਂ, ਇਹ ਫੇਫੜੇ ਤੇ ਮਾਰ ਮਾਰਦਾ, ਕਿਤੇ ਨਹੀਂ ਮਾਰ ਮਾਰਦਾ ਹੋਵੇ। ਕਿੰਨੀ ਵੈਸੇ ਵੀ ਜਦੋਂ ਫੇਫੜਿਆਂ 'ਚ ਕੋਈ ਦਿੱਕਤ ਹੋਵੇ ਇਨਸਾਨ ਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਕੁਝ ਗੜਬੜ ਚੱਲ ਰਹੀ ਹੈ। ਹਾਂ ਆਕਸੀਜਨ ਲੈਵਲ ਨਹੀਂ ਗਿਰਨਾ ਚਾਹੀਦਾ। ਠੀਕ ਹੈ। ਸੋ ਡਾਕਟਰ ਸਾਹਿਬ ਆ ਤੁਸੀਂ ਇੱਕ ਰੱਖਿਆ ਹੋਇਆ ਜਾਰ, ਇਹਦੇ ਵਿੱਚ ਇਹਦਾ ਕੋਈ ਹੈ ਮਤਲਬ ਦੱਸਣ ਵਾਸਤੇ? ਇਹ ਦਾਲਚੀਨੀ ਹੈਗੀ ਹੈ, ਦੇਖੋ ਹੈਨਾ, ਇਹ ਕੇਰਲਾ ਦੀ ਦਾਲਚੀਨੀ ਹੈਗੀ ਹੈ, ਸਾਊਥ ਦੀ। ਤੇ ਦਾਲਚੀਨੀ ਦਾ ਪ੍ਰਯੋਗ ਤੁਸੀਂ ਚੂਰਨ ਬਣਾ ਕੇ ਇਹਨੂੰ ਹਰ ਚੀਜ਼ ਵਿੱਚ ਕਰ ਸਕਦੇ ਹੋ। ਹਰ ਚੀਜ਼ ਜਿਵੇਂ ਕਿ ਹਰ ਚੀਜ਼ ਦੇ ਵਿੱਚ, ਮਤਲਬ ਕਿ ਚਾਹ ਦੇ ਵਿੱਚ, ਦੁੱਧ ਦੇ ਵਿੱਚ, ਜਾਂ ਤੁਸੀਂ ਆਪਣੀ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੋ। ਠੀਕ ਹੈ, ਠੀਕ ਹੈ, ਫ੍ਰੈਗਰੈਂਸ ਆ ਜਾਂਦੀ ਹੈ। ਬਾਕੀ ਆ ਗਿਲੋਏ ਹੈਗੀ ਹੈ ਆਪਣੇ ਕੋਲ ਹੈਨਾ, ਆ ਗਿਲੋਏ ਦਾ ਬੂਟਾ ਹੈਗਾ, ਇਹ ਤੁਸੀਂ ਜਿੱਥੇ ਮਰਜ਼ੀ ਲਾ ਲਓ ਘਰ ਦੇ ਵਿੱਚ। ਬਸ ਇਹਦਾ ਇੰਨਾ 1 ਫੁੱਟ ਲੈ ਲਿਆ, 1 ਫੁੱਟ ਲੈ ਕੇ ਤੇ ਇਹਦਾ ਜੂਸ ਜਾਂ ਕੱਢ ਕੇ ਤੁਸੀਂ ਚਬਾ ਕੇ ਖਾ ਸਕਦੇ ਹੋ, ਕੁਝ ਵੀ ਕਰ ਲਓ ਉਹਨੂੰ, ਬਾਕੀ ਸੁੱਟ ਦਿਓ। ਇਹਦਾ ਕੀ ਲਾਭ ਹੈਗਾ? ਇਹਦਾ ਦੇਖੋ ਗਿਲੋਏ ਜਿਹੜਾ ਹੈਗਾ ਨਾ, ਗਿਲੋਏ ਸਾਡੀ ਬਾਡੀ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਠੀਕ ਹੈ।
ਇਹ ਬੁਖਾਰ ਦੇ ਕੰਮ ਵੀ ਠੀਕ ਕਰਦਾ ਹੈ ਤੇ ਪਲੇਟਲੈਟਸ ਨੂੰ ਵੀ ਠੀਕ ਕਰਦਾ ਹੈ। ਠੀਕ ਹੈ। ਤੇ ਗਲੋਏ ਤਾਂ ਬਹੁਤ ਅੱਛੀ ਚੀਜ਼ ਹੈਗੀ ਹੈ। ਠੀਕ ਹੈ। ਗਲੋਏ ਸੱਤੂ ਮਾਰਕੀਟ 'ਚ ਮਿਲ ਜਾਂਦੇ ਨੇ ਤੇ ਆਪਾਂ ਮਾਰਕੀਟ ਚੱਕਰ 'ਚ ਨਾ ਪਈਏ ਤੇ ਆਪਾਂ ਘਰਾਂ 'ਚ ਹੀ ਲਾ ਲਈਏ ਚੀਜ਼ਾਂ। ਬਿਲਕੁਲ ਬਿਲਕੁਲ। ਇਹ ਬੇਸ ਤਾਂ ਐਸੀ ਹੈਗੀ ਹੈ ਕਿ ਤੁਸੀਂ ਅਗਰ ਥੱਲੇ ਲਾਤੀ ਨਾ, ਤੁਸੀਂ ਉੱਪਰ ਚੜ ਗਏ ਨਾ ਪੇੜ ਦੇ ਉੱਤੇ, ਥੱਲੇ ਕੱਟ ਦੋਗੇ ਨਾ, ਇਹ ਪੇੜ ਤੇ ਮਰਦੀ ਨਹੀਂ ਹੈ ਜੀ ਜੀ, ਉਤੋਂ ਥੱਲੇ ਰੂਟਸ ਛੁੱਟਦੀ ਥੱਲੇ ਜੀ ਰੂਟ ਸੁੱਟ ਕੇ ਥੱਲੇ ਤੇ ਉਹ ਦੁਬਾਰਾ ਉਗਾਉਂਦੀ ਹੈ। ਤੇ ਇਹ ਗਲੋਏ ਇਜ਼ ਬੈਸਟ। ਤੇ ਆਪਾਂ ਮਤਲਬ ਮੁੱਖ ਦੀ ਗੱਲ ਕਰੀਏ ਕਿ ਆਪਾਂ ਸਾਰੀ ਕੁਦਰਤੀ ਜਿਹੜੇ ਮਸਾਲੇ ਨੇ, ਕੁਦਰਤੀ ਮਸਾਲਿਆਂ ਦਾ ਪ੍ਰਯੋਗ ਕਰੀਏ ਤੇ ਜਿਹੜੇ ਆਪਣੇ ਰੰਗ ਬਰੰਗੇ ਫਰੂਟਸ ਹੈਗੇ ਆ ਉਹ ਖਾਈਏ, ਜੰਕ ਫੂਡ ਨੂੰ ਅਵੋਇਡ ਕਰੀਏ ਜੀ, ਕੋਸਾ ਪਾਣੀ ਪੀਏ, ਠੀਕ ਹੈ ਜੀ, ਤੇ ਆਪਣਾ ਗਲੇ ਨੂੰ ਤਰ ਰੱਖੀਏ, ਗਲਾ ਸਾਫ਼ ਰੱਖੀਏ ਆਪਾਂ। ਤੇ ਐਕਸਰਸਾਈਜ਼ ਮੈਂ ਦੱਸਣਾ ਭੁੱਲ ਗਿਆ ਤੁਹਾਨੂੰ, ਹਾਂ ਐਕਸਰਸਾਈਜ਼ ਜ਼ਰੂਰ ਕਰਨੀ ਹੈ ਤੇ ਖਾਸ ਕਰ ਬਰੀਥਿੰਗ ਵਾਲੀ, ਤੁਹਾਨੂੰ ਪਤਾ ਹੈ ਸਾਰਾ ਕੁਝ। ਤੇ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਸਾਡੀ ਜਿਹੜੀ ਰਾਈਟ ਸਾਈਡ ਵਾਲੀ ਜਿਹੜੀ ਲੰਗ ਹੈਗੀ ਹੈ ਨਾ, ਰਾਈਟ ਸਾਈਡ ਵਾਲੀ ਲੰਗ ਜਿਹੜੀ ਹੈਗੀ ਹੈ ਉਹ ਛੋਟੀ ਹੁੰਦੀ ਹੈ। ਅੱਛਾ, ਠੀਕ ਹੈ। ਜਿਹੜੀ ਲੈਫਟ ਸਾਈਡ ਵਾਲੀ ਹੁੰਦੀ ਹੈ ਉਹ ਲੰਬੀ ਹੁੰਦੀ ਹੈ, ਕਿਉਂਕਿ ਰਾਈਟ ਸਾਈਡ ਦੇ ਵਿੱਚ ਹੁੰਦਾ ਲੀਵਰ ਥੱਲੇ। ਤੇ ਇਸ ਕਰਕੇ ਆਪਾਂ ਪੁੱਠਾ ਲੇਟ ਕੇ ਆਪਾਂ ਮੂੰਹ ਥੱਲੇ ਕਰਕੇ ਅਸੀਂ ਸਾਹ ਲੈ ਕੇ ਤੇ ਰੋਕੀਏ ਤੇ ਰੋਕ ਕੇ ਤੇ ਫੇਰ ਕੱਢੀਏ ਤੇ ਉਲਟਾ ਲੇਟ ਕੇ ਐਕਸਰਸਾਈਜ਼ ਕਰੀਏ। ਫੇਫੜੇ ਸਾਡੇ ਪਿੱਛੇ ਨੇ, ਅੱਗੇ ਨਹੀਂ ਨੇ ਜ਼ਿਆਦਾ, ਪਿੱਛੇ ਨੇ, ਪਿੱਛੇ। ਡਾਕਟਰ ਚੈੱਕ ਕਰਦੇ ਨਾ ਫਿਰ ਲਾ ਕੇ ਸਟੈਥੋਸਕੋਪ ਪਿੱਛੇ ਚੈੱਕ ਕਰਦੇ ਨਾ ਤੇ ਜਿਹੜੀ ਆ ਹੁੰਦੀ ਹੈ ਮਤਲਬ ਕਿ ਇਹ ਲੰਗਸ ਜਿਹੜੀ ਹੈਗੀ ਹੈ ਉਸ ਹਿਸਾਬ ਦੇ ਨਾਲ ਤੁਸੀਂ ਇਹਨੂੰ ਕਰ ਸਕਦੇ। ਬਿਲਕੁਲ। ਸੋ ਐਕਸਰਸਾਈਜ਼ ਕਰਨੀ ਵੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਨੇ ਬੜੀਆਂ ਹੀ ਕੀਮਤੀ ਸਾਨੂੰ ਗੱਲਾਂ ਦੱਸੀਆਂ ਨੇ। ਜਿਵੇਂ ਆਪਾਂ ਗੱਲ ਕਰਦੇ ਸੀ ਕਿ ਜੇ ਸਾਡੇ ਵਿੱਚ ਫਰੂਟ ਫਲ ਸਬਜ਼ੀਆਂ, ਕਿਉਂਕਿ ਮਹਿੰਗਾਈ ਇਸ ਮੁਲਕ ਦੇ ਵਿੱਚ ਜ਼ਿਆਦਾ ਵੱਧਦੀ ਜਾਂਦੀ ਹੈ, ਫੈਲਦੀ ਜਾਂਦੀ ਹੈ, ਉਸ ਤਰੀਕੇ ਦੇ ਨਾਲ ਸਾਡੀ ਇਨਕਮ ਨਹੀਂ ਵੱਧਦੀ ਹੈਗੀ। ਸਰਕਾਰਾਂ ਨੇ ਸਿਸਟਮ ਇਹੋ ਜਿਹੇ ਬਣਾਏ ਨੇ ਤੇ ਸਭ ਤੋਂ ਸੌਖਾ ਤਰੀਕਾ ਕਿ ਆਪਣੇ ਘਰਾਂ ਦੇ ਵਿੱਚ ਆਪਾਂ ਸਭ ਕੁਝ ਲਾ ਲਈਏ। ਫਰੂਟ ਵੀ ਲੱਗ ਜਾਂਦੇ ਨੇ, ਸਬਜ਼ੀਆਂ ਵੀ ਲੱਗ ਜਾਂਦੀਆਂ ਨੇ, ਸਭ ਕੁਝ ਲੱਗ ਜਾਂਦਾ ਹੈ। ਇੱਕ ਨਿੱਕੀ ਜਿਹੀ ਐਗਜ਼ਾਮਪਲ ਮੈਂ ਦੇਵਾਂ ਕਿ ਜਿਹੜਾ ਗੰਡਾ ਹੈ, ਪਿਆਜ਼ ਕਹਿੰਦੇ ਆ, ਅਨੀਅਨ ਜਿਹਨੂੰ ਕਹਿੰਦੇ ਨੇ, ਬਹੁਤ ਮਹਿੰਗਾ ਹੋ ਰਿਹਾ ਹੈ। ਜੇ ਆਪਾਂ ਇੱਕ ਵੱਡੇ ਗਮਲੇ ਦੇ ਵਿੱਚ ਜਾਂ ਨਿੱਕੀ ਜਿਹੀ ਵਾੜੀ ਦੇ ਵਿੱਚ ਗੰਡੇ ਨੂੰ ਵੀ ਬੀਜ ਦਈਏ ਤਾਂ ਪੂਰੇ ਸਾਲ ਦੇ ਵਿੱਚ ਆਪਣੀ ਫੈਮਿਲੀ ਦੇ ਲਈ ਤਾਂ ਉਹ ਖਤਮ ਨਹੀਂ ਹੁੰਦੇ, ਉੱਗਦੇ ਰਹਿੰਦੇ ਨੇ। ਸੋ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਖੁਦ ਕੰਟਰੋਲ ਕਰ ਸਕਦੇ ਹਾਂ। ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਐਕਸਰਸਾਈਜ਼ ਹੈ ਜਿਹੜੀ ਉਹ ਕਰਨੀ ਹੈ, ਵਰਜਿਸ਼ ਕਰਨੀ ਬਹੁਤ ਜ਼ਰੂਰੀ ਹੈ। ਕਹਿੰਦੇ ਬਹਿਸ ਨਹੀਂ, ਵਰਜਿਸ਼ ਕਰੋ। ਸੋ ਆਪਾਂ ਜਿਹੜਾ ਫਾਲਤੂ ਕੰਮਾਂ ਦੇ ਵਿੱਚ, ਫਾਲਤੂ ਗੱਲਾਂ ਬਾਤਾਂ ਦੇ ਵਿੱਚ ਸਮਾਂ ਬਰਬਾਦ ਕਰਦੇ ਹਾਂ, ਉਹਦੀ ਬਜਾਏ ਆਪਾਂ ਧਿਆਨ ਦੇਈਏ ਚੰਗੀਆਂ ਚੀਜ਼ਾਂ ਤੇ ਕੁਦਰਤ ਦਾ ਧਿਆਨ ਰੱਖੀਏ ਤੇ ਕੁਦਰਤ ਸਾਡਾ ਵੀ ਰੱਖੇਗੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਪਹਿਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ, ਖਾਲਸ ਡਾਈਟ ਤੇ। ਸੋ ਅਗਲੀ ਵਾਰੀ ਹੁਣ ਅਸੀਂ ਤੁਹਾਨੂੰ ਅੱਜ ਨਹੀਂ ਦੱਸਾਂਗੇ ਕਿ ਅਗਲੀ ਵਾਰੀ ਅਸੀਂ ਕਿਹੜੇ ਟੌਪਿਕ ਦੀ ਗੱਲ ਕਰਨੀ ਹੈ। ਜਿਵੇਂ ਕਹਿੰਦੇ ਨੇ ਡਾਕਟਰ ਸਾਹਿਬ ਕਿ ਉਹ ਮੈਂ ਬਾਅਦ ਚੋਂ ਪੱਤੇ ਖੋਲਾਂਗਾ ਆਪਣੇ ਕਿ ਸਿਹਤ ਨੂੰ ਲੈ ਕੇ ਬਹੁਤ ਕੁਝ ਹੈ। ਇੱਕ ਨਿੱਕੀ ਨਿੱਕੀ ਚੀਜ਼ ਦੇ ਵਿੱਚ, ਨਿੱਕੀ ਨਿੱਕੀ ਕੁਦਰਤੀ ਨਿਆਮਤ ਦੇ ਵਿੱਚ ਬਹੁਤ ਕੁਝ ਸਾਡੇ ਸਰੀਰ ਦੇ ਲਈ ਹੈ। ਸੋ ਡਾਕਟਰ ਸਾਹਿਬ ਦੇ ਨਾਲ ਹਰ ਸ਼ਨੀਵਾਰ ਆਪਾਂ ਜੁੜਿਆ ਕਰਾਂਗੇ ਤੇ ਪਰ ਤੁਹਾਡੇ ਲਈ ਇਹ ਕੰਮ ਹੈ ਕਿ ਤੁਸੀਂ ਇਸ ਚੀਜ਼ ਨੂੰ ਅਪਣਾਉਣਾ ਹੈ, ਫੋਲੋ ਕਰਨਾ ਹੈ, ਕਿਉਂਕਿ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਹੈਗਾ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਸ਼ਨੀਵਾਰ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਖਾਲਸ ਡਾਈਟ ਦੇ ਵਿੱਚ। ਧੰਨਵਾਦ।